ਪਹਿਲਾਂ ਮੈਂ ਸਾਂਭ ਰਿਹਾ ਮੈਂ ਪਹਿਲਾਂ ਸਾਰਾ ਕੁਝ ਕਰ ਰਿਹਾ, ਉਦੋਂ ਕਰੋਨਾ ਨਹੀਂ ਸੀਗਾ। ਪ੍ਰਾਈਵੇਟ ਰੂਮ 'ਚ ਸ਼ਿਫਟ ਕਰਤਾ, ਉਦੋਂ ਕਰੋਨਾ ਨਹੀਂ ਸੀਗਾ। ਜਦੋਂ ਹੁਣ ਇਹਨਾਂ ਨੇ ਆਪਦੇ ਪੈਸੇ ਬਣਾਉਣੇ ਸੀ, ਆਪਦਾ ਕੁਝ ਚਾਰਜ ਲੈਣੇ ਸੀਗੇ, ਉਦੋਂ ਕਰੋਨਾ ਹੋ ਗਿਆ। ਜਦੋਂ ਪੇਸ਼ੈਂਟ ਕੋਵਿਡ ਐਂਟੀਜਨ ਪੋਜ਼ਿਟਿਵ ਆਇਆ, ਉਸ ਤੋਂ ਬਾਅਦ ਹੀ ਪੇਸ਼ੈਂਟ ਕੋਵਿਡ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਉਹ ਰਿਪੋਰਟ ਪੋਜ਼ਿਟਿਵ ਆਈ ਸੀ ਜਿਹੜਾ ਟੈਸਟ ਕੀਤਾ ਸੀ, ਤੇ ਜਿਹੜਾ ਮੈਸੇਜ ਉਹਨਾਂ ਨੂੰ ਆਇਆ ਸਿਹਤ ਵਿਭਾਗ ਦੀ ਟੀਮ ਦਾ, ਜਿਸ ਦੇ ਵਿੱਚ ਬਕਾਇਦਾ ਉਸ ਪੇਸ਼ੈਂਟ ਦਾ ਨਾਮ, ਆਈਡੀ ਤੇ ਲਿਖਿਆ ਗਿਆ ਕਿ ਰਿਪੋਰਟ ਨੈਗੇਟਿਵ ਹੈ। ਹੁਣ ਤੁਹਾਡੀ ਰਿਪੋਰਟ ਸਹੀ ਹੈ ਕਿ ਉਹ ਸਿਹਤ ਵਿਭਾਗ ਦੀ ਟੀਮ ਨੇ ਜਿਹੜਾ ਮੈਸੇਜ ਕੀਤਾ ਉਹ ਰਿਪੋਰਟ ਸਹੀ? ਉਹਨਾਂ ਦਾ ਰੰਗ ਉੱਡ ਗਿਆ ਸੀ ਵੀ ਇਹਨਾਂ ਕੋਲ ਰਿਪੋਰਟ ਕਿੱਥੋਂ ਆ ਗਈ। ਸਫਾਈ ਕਰਮਚਾਰੀ ਨੂੰ ਕਿਹਾ ਸੀ ਉਹਨਾਂ ਨੂੰ ਉੱਥੋਂ ਮੂਵ ਕਰਨ ਦੇ ਲਈ, ਉਹ ਸਫਾਈ ਕਰਮਚਾਰੀ ਜਿਹਨੇ ਸ਼ਰਾਬ ਵੀ ਪੀਤੀ ਹੋਈ ਸੀ ਤੇ ਊਲ ਜਲੂਲ ਬੋਲ ਰਿਹਾ ਸੀਗਾ ਪੇਸ਼ੈਂਟ ਨੂੰ, ਇਹ ਇਲਜ਼ਾਮ ਪਰਿਵਾਰ ਦਾ। ਇਹ ਗੱਲਾਂ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਬੇਤੁਕੀਆਂ ਗੱਲਾਂ ਨੇ। ਜਿਹੜਾ ਡਰਿੰਕ ਕੀਤੀ ਹੋਈ ਸੀ ਇਨਸਾਨ ਦੀ, ਉਹ ਕਿਸੇ ਮਰੀਜ਼ ਦਾ ਆਕਸੀਜਨ ਮਾਸਕ ਜਿਹੜਾ ਹੁੰਦਾ ਗਾ, ਉਹ ਕਿਸੇ ਮਰੀਜ਼ ਦਾ ਚੱਕ ਕੇ ਲਾ ਰਿਹਾ ਵਾ। ਅਫੈਕਟਡ ਆ ਜਿਹਨੂੰ ਕਰੋਨਾ ਕਹਿੰਦੇ ਸੀਗੇ ਵੀ ਸਾਰੇ ਵਾਰਡ ਹੀ ਕਰੋਨਾ ਦਾ ਸੀਗਾ, ਉਹ ਕਿਸੇ ਹੋਰ ਮਰੀਜ਼ ਦਾ ਕਿਵੇਂ ਲਾ ਸਕਦਾ ਗਾ। ਜੇ ਤੁਸੀਂ ਸੇਵਾ ਕਰ ਰਹੇ ਹੋ, ਸੇਵਾ ਦੇ ਬਦਲੇ ਉਹ ਪੇ ਕਰਦੇ ਨੇ ਹਸਪਤਾਲ 7-8 ਹਜ਼ਾਰ ਦੇ ਜਾਣੀ ਕਿ ਵਾਧੂ ਬਿੱਲ ਲਾਏ ਹੋਏ ਸੀਗੇ। ਬਹੁਤ ਸਾਰੇ ਲੋਕ ਇਲਜ਼ਾਮ ਲਗਾਉਂਦੇ ਨੇ ਹਸਪਤਾਲ ਪ੍ਰਸ਼ਾਸਨ ਤੇ, ਤਾਂ ਉਹਨਾਂ ਨੂੰ ਕੀ ਪਈ ਹੈ ਇਸ ਤਰ੍ਹਾਂ ਇਲਜ਼ਾਮ ਲਗਾਉਣ ਦੀ ਜੇ ਸਹੀ ਤਰ੍ਹਾਂ ਇਲਾਜ ਹੋ ਰਿਹਾ ਹੈ? ਉਹਨਾਂ ਨੂੰ ਬੁਰਾ ਭਲਾ ਬੋਲਦੇ ਆ, ਤੁਹਾਨੂੰ ਕੋਵਿਡ ਆ, ਤੁਹਾਨੂੰ ਇਹ ਆ, ਬਾਕੀ ਮਰੀਜ਼ਾਂ ਨੂੰ ਹੋ ਜਾਊਗਾ, ਤਾਂ ਕਰਕੇ ਤੁਹਾਨੂੰ ਰੌਲਾ ਪਾਉਂਦੇ ਸੀਗੇ। ਕੀ ਤੁਸੀਂ ਪਰਿਵਾਰ ਨੂੰ ਇਨਫੋਰਮ ਕੀਤਾ ਸੀਗਾ ਕਿ ਤੁਹਾਡਾ ਜਿਹੜਾ ਮਰੀਜ਼ ਹੈ ਉਹ COVID-19 ਪੋਜ਼ਿਟਿਵ ਹੈ? ਜਦੋਂ ਉਹਨਾਂ ਨੂੰ ਪ੍ਰਾਈਵੇਟ ਵਾਰਡ 'ਚ ਸ਼ਿਫਟ ਕੀਤਾ ਤੁਸੀਂ ਇਤਲਾਹ ਕੀਤਾ ਸੀ? ਵੈਂਟੀਲੇਟਰ ਤੇ ਲਾਉਣ ਤੋਂ ਪਹਿਲਾਂ 70% ਡੈਡ ਗਿਆ ਤੇ ਵੈਂਟੀਲੇਟਰ ਤੇ ਲਾਉਣ ਤੋਂ ਬਾਅਦ 90% ਡੈਡ ਗਿਆ। 99% ਉਹਨਾਂ ਨੇ ਕਹਿਤਾ ਸੀ। ਸਰ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਉਹਨਾਂ ਨੂੰ ਇਨਫੋਰਮ ਕੀਤਾ ਹੋਇਆ ਸੀ ਕਿ ਉਹ ਕੋਵਿਡ ਪੋਜ਼ਿਟਿਵ ਹੈ, ਤੁਸੀਂ ਆਈਸੋਲੇਸ਼ਨ ਵਾਰਡ ਤੋਂ ਉਹਨਾਂ ਨੂੰ ਪ੍ਰਾਈਵੇਟ ਵਾਰਡ 'ਚ ਸ਼ਿਫਟ ਕਰ ਦਿੰਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਫੈਮਿਲੀ ਨੂੰ ਕਿਸ ਤਰ੍ਹਾਂ ਅਲਾਓ ਕਰਤਾ ਕਿ ਉਹ ਪੇਸ਼ੈਂਟ ਨੂੰ ਮਿਲ ਲੈਣ ਜਾਂ ਉਹਨਾਂ ਨੂੰ ਰੋਟੀ ਪਾਣੀ ਖਿਲਾ ਸਕਦੇ ਨੇ, ਚਾਹ ਪਾਣੀ, ਜਿਸ ਵੀ ਚੀਜ਼ ਦੀ ਲੋੜ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਸੁਮਨ ਜੇਟਲੀ। ਅਯਾਲੀ ਕਲਾਂ ਦੇ ਵਿੱਚ ਰਹਿਣ ਵਾਲੀ ਇੱਕ 70 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਲੁਧਿਆਣਾ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵੱਲੋਂ ਕਰੋਨਾ ਦੀ ਆੜ ਦੇ ਵਿੱਚ ਇਸ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਇਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਮਰੀਜ਼ ਨੂੰ ਕਰੋਨਾ ਪੋਜ਼ਿਟਿਵ ਕਹਿ ਕੇ ਪਰਿਵਾਰ ਦੇ ਨਾਲ ਕਿਤੇ ਨਾ ਕਿਤੇ ਧੱਕਾ ਵੀ ਹੋਇਆ। ਪਰਿਵਾਰ ਤੋਂ ਜਾਣ ਲੈਂਦੇ ਹਾਂ ਕਿ ਹੋਇਆ ਕੀ ਸੀ। ਤੁਸੀਂ ਕਦੋਂ ਲੈ ਕੇ ਗਏ ਸੀ ਹਸਪਤਾਲ ਦੇ? ਮੈਮ ਅਸੀਂ 16 ਤਰੀਕ ਨੂੰ 9-10 ਵਜੇ ਲੈ ਕੇ ਗਏ ਸੀ ਮਾਰਨਿੰਗ, ਤੇ ਉੱਥੇ ਜਾ ਕੇ ਸਿਰਫ ਵੋਮਟਿੰਗ ਸੀਗੀਆਂ, ਉਲਟੀਆਂ ਵਗੈਰਾ ਸੀਗੀਆਂ ਬੀਜੀ ਨੂੰ, ਤੇ ਉਹਨਾਂ ਨੇ ਚਲੋ ਉੱਥੇ ਰਘੂਨਾਥ ਹਸਪੀਟਲ ਆਪਣੇ ਫਿਰੋਜ਼ਪੁਰ ਰੋਡ 'ਤੇ ਉੱਥੇ ਲੈ ਗਏ ਸੀਗੇ। ਉੱਥੇ ਡਾਕਟਰ ਗੁਰਪ੍ਰਕਾਸ਼ ਸਿੰਘ ਸੰਧੂ ਸੀਗੇ, ਜਿਨ੍ਹਾਂ ਤੋਂ 10 ਸਾਲ ਜਾਣੀ ਕਿ ਹੋ ਗਏ ਸੀ, ਜਾਣੀ ਕਿ ਉਹਨਾਂ ਨੂੰ ਵੀ ਦਵਾਈ ਚੱਲਦੀ ਸੀਗੀ, ਉਹਨਾਂ ਦੀ ਹਾਰਟ ਦੀ ਦਵਾਈ ਚੱਲਦੀ ਸੀਗੀ। ਮੈਮ ਪਹਿਲਾਂ DMC ਸੀਗੇ, DMC ਤੋਂ ਉੱਥੇ ਚਲੇ ਗਏ, ਰਘੂਨਾਥ ਦੇ ਹੋ ਗਏ ਸੀਗੇ, ਉੱਥੇ ਦਵਾਈ ਚੱਲਦੀ ਸੀਗੀ ਉਹਨਾਂ ਦੀ। ਉੱਥੇ ਲੈ ਗਏ ਸੀਗੇ ਉਹਨਾਂ ਨੂੰ, ਪਹਿਲਾਂ ਐਮਰਜੈਂਸੀ ਵਿੱਚ ਸ਼ਿਫਟ ਕਰਤਾ ਸੀਗਾ ਉਹਨਾਂ ਨੇ। ਐਮਰਜੈਂਸੀ ਤੋਂ ਕਹਿੰਦੇ ਵੀ ICU ਦੇ ਵਿੱਚ ਸ਼ਿਫਟ ਕਰ ਦਿੰਦੇ ਹਾਂ ਅਸੀਂ, ਵੀ ਥੋੜ੍ਹੀ ਪੇਸ਼ੈਂਟ ਦੀ ਜ਼ਿਆਦਾ ਕੰਡੀਸ਼ਨ ਖਰਾਬ ਆ। ਚੱਲ ਉਹਨਾਂ ਨੇ ICU 'ਚ ਸ਼ਿਫਟ ਕਰਤਾ। ਸ਼ਿਫਟ ਕਰਨ ਦੇ ਨਾਲ ਆਕਸੀਜਨ ਵਗੈਰਾ ਲਾਤੀ। ਚੱਲ ਉਹਨਾਂ ਨੇ ਪਹਿਲਾਂ ਜਾਣੀ ਕਿ ਕੇਅਰ ਠੀਕ ਕੀਤੀ ਉਹਨਾਂ ਨੇ, ਵੀ ਸਾਰਾ ਕੁਛ ਜਦੋਂ ਗਏ ਦਵਾਈਆਂ ਵਗੈਰਾ ਦਿੱਤੀਆਂ, ਸਭ ਕੁਛ ਦਿੱਤਾ। ਫਿਰ ਉਸ ਤੋਂ ਬਾਅਦ ਚੱਲ ਇੱਕ ਦਿਨ ਬੀਜੀ ਸਭ ਵਧੀਆ ਸੀਗੇ, ਅਸੀਂ ਸਾਰਾ ਪਰਿਵਾਰ ਮਿਲ ਕੇ ਆਏ ਵੀ ਠੀਕ ਆ, ਵਧੀਆ ਗੱਲਾਂ ਕੀਤੀਆਂ ਨੇ ਉਹਨਾਂ ਨੇ। ਅਤੇ ਅਗਲੇ ਦਿਨ ਮੋਰਨਿੰਗ 12 ਕੁ ਵਜੇ ਸਾਨੂੰ ਕਹਿੰਦੇ ਵੀ ਕਰੋਨਾ ਟੈਸਟ ਕਰਨਾ ਗਾ। ਇੱਕ ਕਰੋਨਾ ਦਾ ਨਾਮ ਹੀ ਇਹੋ ਜਿਹਾ, ਸਾਰੇ ਡਰ ਹੀ ਜਾਂਦੇ ਨੇ ਵੀ ਆਹ ਕੀ ਹੋ ਗਿਆ, ਵੀ ਸਾਡਾ ਪੇਸ਼ੈਂਟ ਕਦੇ ਬਾਹਰ ਨਹੀਂ ਗਿਆ, ਅਸੀਂ ਨਹੀਂ ਕੋਵਿਡ ਦੇ ਵਿੱਚ ਅਸੀਂ ਕਦੇ ਬਾਹਰ ਨਹੀਂ ਗਏ। ਅਤੇ ਉਹਨਾਂ ਨੇ ਚੱਲ ਕਹਿੰਦੇ ਵੀ ਧੱਕੇ ਨਾਲ ਸਾਨੂੰ ਕਰ ਲਿਆ, ਵੀ ਕਹਿੰਦੇ ਜ਼ਰੂਰੀ ਆ ਇਹ ਕਰਨਾ ਸਾਰਾ ਕੁਛ। ਉਹਨਾਂ ਨੇ ਜਦੋਂ ਕੀਤਾ ਤਕਰੀਬਨ 2 ਕੁ ਵਜੇ ਉਹਨਾਂ ਨੇ ਟੈਸਟ ਕਰ ਲਿਆ। 12 ਕੁ ਵਜੇ ਕਿਹਾ ਸੀਗਾ, ਚੱਲ ਕਰਾਉਂਦੇ ਅਸੀਂ ਮਿਹਨਤਾਂ ਕਰਦੇ ਵੀ ਤੁਸੀਂ ਨਾ ਕਰੋ, ਇਹ ਕਰੋ। 2 ਕੁ ਵਜੇ ਉਹਨਾਂ ਨੇ ਟੈਸਟ ਕਰ ਲਿਆ। 4:30-5 ਕੁ ਵਜੇ ਉਹਨਾਂ ਨੇ ਰਿਪੋਰਟ ਕੱਢਤੀ ਵੀ ਪੋਜ਼ੀਟਿਵ ਆ। ਸਾਡਾ ਪੇਸ਼ੈਂਟ ਕਦੇ ਬਾਹਰ ਨਹੀਂ ਗਿਆ, ਇੱਦਾਂ ਕਿੱਦਾਂ ਉਹਨਾਂ ਨੂੰ ਪੋਜ਼ੀਟਿਵ ਹੋ ਗਿਆ, ਨਾ ਉਹਨਾਂ ਨੂੰ ਕੋਈ ਸਿੰਪਟਮ ਸੀਗੇ। ਵੀ 57 ਮਿੰਟ ਤੇ ਜ਼ੁਕਾਮ ਆ ਗਿਆ ਵੀ ਕਰੋਨਾ ਹੈ ਨਹੀਂ, ਅਤੇ ਉਹਨਾਂ ਨੇ ਕਹਿੰਦੇ ਵੀ ਅਸੀਂ ਕਰਨਾ ਗਾ ਵੀ ਪੋਜ਼ੀਟਿਵ ਵਗੈਰਾ ਹੈਗਾ ਵਾ। ਚੱਲ ਉਹਨਾਂ ਕਹਿੰਦੇ ਅਸੀਂ ਵਾਰਡ ਦੇ ਵਿੱਚ ਸ਼ਿਫਟ ਕਰਨਾ ਗਾ। ਮੈਂ ਕਿਹਾ ਸਾਨੂੰ ਇੱਕ ਲਿਖਤੀ ਰਿਪੋਰਟ ਦੇ ਦਿਓ ਵੀ ਸਾਡਾ ਪੇਸ਼ੈਂਟ ਪੋਜ਼ੀਟਿਵ ਆ, ਅਸੀਂ ਖੁਦ ਜਾ ਕੇ ਵਾਰਡ ਦੇ ਵਿੱਚ ਸ਼ਿਫਟ ਕਰ ਦਾਂਗੇ। ਚੱਲ ਕਹਿੰਦੇ ਵੀ ਹਜੇ ਤਾਂ ਆਈ ਨਹੀਂ, ਕਿ ਵੀ ਕੱਲ੍ਹ ਨੂੰ ਮੋਰਨਿੰਗ ਰਿਪੋਰਟ ਆਊਗੀ। ਰਿਪੋਰਟ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਕਲੇਮ ਕਰ ਰਹੇ ਸੀਗੇ ਡਾਕਟਰਸ ਕਿ ਪੋਜ਼ਿਟਿਵ ਹੈ? ਇੱਕ ਮੈਮ ਸਾਨੂੰ ਦਿਖਾਇਆ ਗਿਆ ਸੀਗਾ ਵੀ ਇੱਕ ਫੋਰਮ ਸੀਗਾ, ਸਾਨੂੰ ਫੋਰਮ ਬਕਾਇਦਾ ਆਇਆ ਹੋਇਆ ਵਾ, ਵੀ ਇੱਕ ਫੋਰਮ ਦਿਖਾ ਕੇ ਸਾਨੂੰ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਸੀਗਾ ਵਿੱਚ ਖੰਘ ਜ਼ੁਕਾਮ, ਵੀ ਇਹਨਾਂ ਦੇ ਜਿਹੜੇ ਇੱਕ ਕੋਵਿਡ ਜਦੋਂ ਆਪਾਂ ਟੈਸਟ ਕਰਦੇ ਹਾਂ ਫੋਰਮ ਹੁੰਦਾ ਗਾ, ਰੈਪਿਡ ਟੈਸਟ ਹੁੰਦਾ ਗਾ, ਬਕਾਇਦਾ ਫੋਰਮ ਭਰਿਆ ਜਾਂਦਾ ਹੁੰਦਾ ਗਾ ਇਹਦਾ।
ਤੇ ਉਹ ਫਾਰਮ ਦਿਖਾ ਕੇ ਸਾਨੂੰ ਕਹਿੰਦੇ ਵੀ ਪੋਜ਼ਿਟਿਵ ਆ। ਅਸੀਂ ਫਾਰਮ ਭਰਿਆ, ਉਹਦੇ 'ਤੇ ਕੁਛ ਨਹੀਂ ਲਿਖਿਆ ਹੋਇਆ ਸੀਗਾ ਵੀ ਪੋਜ਼ਿਟਿਵ ਆ। ਜਾਣ ਨੂੰ ਉਹਨਾਂ ਨੇ ਕੋਵਿਡ ਦੇ ਵਿੱਚ ਸ਼ਿਫਟ ਕਰਤਾ ਸੀ, ਨਾ ਉਹ ਸਾਨੂੰ ਉੱਥੇ ਜਾਣ ਦਿੰਦੇ ਸੀਗੇ। ਜਦੋਂ ਐਮਰਜੈਂਸੀ ਤੋਂ ਉਹਨਾਂ ਨੇ ਸ਼ਿਫਟ ਕੀਤਾ, ਜਦੋਂ ਕੋਵਿਡ ਦੇ ਉਹਦੇ 'ਚ ਵਾਰਡ ਦੇ ਵਿੱਚ ਸ਼ਿਫਟ ਕਰਕੇ, ਇੱਕ ਉੱਥੇ ਸਫਾਈ ਵਾਲਾ ਸੀਗਾ ਇੱਕ ਬੰਦਾ ਜਿਹਦੀ ਡਰਿੰਕ ਕੀਤੀ ਹੋਈ ਸੀਗੀ। ਸਫਾਈ ਵਾਲਾ ਉਹ ਬੀਬੀ ਜੀ ਨੂੰ ਜਾ ਕੇ ਉੱਥੇ ਪਾਉਂਦੇ ਆ, ਵੀ ਉਹ ਕਰਦੇ ਆ, ਬੈੱਡ 'ਤੇ ਪਾਉਂਦੇ ਆ, ਉਹਨਾਂ ਨੂੰ ਬੁਰਾ ਭਲਾ ਬੋਲਦੇ ਆ, ਤੁਹਾਨੂੰ ਕੋਵਿਡ ਆ, ਤੁਹਾਨੂੰ ਇਹ ਆ, ਬਾਕੀ ਮਰੀਜ਼ਾਂ ਨੂੰ ਹੋ ਜਾਊਗਾ ਤਾਂ ਕਰਕੇ ਤੁਹਾਨੂੰ ਪਾਇਆ, ਰੌਲਾ ਪਾਉਂਦੇ ਸੀਗੇ। ਉਹਨਾਂ ਨੂੰ ਮੈਂ ਥੋੜ੍ਹਾ ਹਾਈਪਰ ਛੇਤੀ ਹੋ ਜਾਂਦਾ ਗਾ, ਮੈਂ ਜਾ ਕੇ ਉਹਨਾਂ ਨੂੰ ਗੇਟ ਡੋਰ ਖੜਕਾਇਆ ਵੀ ਤੁਸੀਂ ਇੱਕ ਨਰਸ ਪੇਸ਼ੈਂਟ ਨੂੰ ਕਿਉਂ ਡਰਾ ਰਹੇ ਹੋ? ਹਾਂਜੀ, ਪੇਸ਼ੈਂਟ ਨੂੰ ਕਿਉਂ ਡਰਾ ਰਹੇ ਹੋ, ਵੀ ਇਹ ਨਰਸ ਆਵੇ, ਵੀ ਉਹਨਾਂ ਨੂੰ ਕੰਟਰੋਲ ਕਰੇ। ਅਤੇ ਉਸ ਤੋਂ ਬਾਅਦ ਆਕਸੀਜਨ ਜਿਹੜਾ ਡਰਿੰਕ ਕੀਤੀ ਹੋਈ ਸੀ ਇਨਸਾਨ ਦੀ, ਉਹ ਕਿਸੇ ਮਰੀਜ਼ ਦਾ ਆਕਸੀਜਨ ਮਾਸਕ ਜਿਹੜਾ ਹੁੰਦਾ ਗਾ, ਉਹ ਕਿਸੇ ਮਰੀਜ਼ ਦਾ ਚੱਕ ਕੇ ਲਾ ਰਿਹਾ ਵਾ। ਅਫੈਕਟਡ ਆਇਆ, ਜਿਹਨੂੰ ਕਰੋਨਾ ਕਹਿੰਦੇ ਸੀਗੇ ਵੀ ਸਾਰੇ ਵਾਰਡ ਹੀ ਕਰੋਨਾ ਦਾ ਸੀਗਾ, ਉਹ ਕਿਸੇ ਹੋਰ ਮਰੀਜ਼ ਦਾ ਕਿਵੇਂ ਲਾ ਸਕਦਾ ਗਾ। ਚੱਲ ਸਾਡੇ ਕੋਲ ਨਿਊ ਮਾਸਕ ਸਭ ਕੁਛ, ਸਾਰਾ ਕੁਝ A to Z ਜਿੰਨੀ ਵੀ ਚੀਜ਼ਾਂ ਹੁੰਦੀਆਂ ਨੇ, ਅਸੀਂ ਆਪਦੀਆਂ ਨਿਊ ਬਾਏ ਕਰਕੇ ਲੈ ਕੇ ਗਏ ਸੀਗੇ। ਅਤੇ ਉਸ ਤੋਂ ਬਾਅਦ ਚੱਲ ਉਹਨਾਂ ਨੇ ਕਹਿ ਕਹਾ ਕੇ ਮੈਂ ਉਹਨਾਂ ਨੂੰ ਕਰਤਾ ਵੀ ਚਲੋ ਤੁਸੀਂ ਇਹ ਕਰ ਲਓ ਵੀ ਆਹ ਨਵਾਂ ਲਾ ਦਿਓ। ਚੱਲ ਮੈਡਮ ਕਹਿੰਦੇ ਵੀ ਅਸੀਂ ਨਵਾਂ ਲਾ ਦਿੰਦੇ ਹਾਂ। ਉਸ ਤੋਂ ਬਾਅਦ ਕਹਿੰਦੇ ਵੀ ਰੋਟੀ ਖਾਣੀ ਆ। ਉਹਨਾਂ ਟਾਈਮ ਠੀਕ ਸੀਗੇ, ਸਾਰਾ ਕੁਛ ਵਧੀਆ ਚੱਲ ਰਿਹਾ ਸੀਗਾ। ਚੱਲ ਮੋਰਨਿੰਗ ਵੀ ਜਦੋਂ ਬ੍ਰਦਰ ਹੋਣੀ ਉੱਥੇ ਸੀਗੇ, ਉੱਥੇ ਅੰਦਰ ਮਰੀਜ਼ਾਂ ਨੂੰ ਫੋਨ, ਜਿਹੜੇ ਦੂਜੇ ਮਰੀਜ਼ ਸੀਗੇ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਫੋਨ ਦਿੱਤੇ ਹੋਏ ਸੀਗੇ ਵੀ ਹਾਲ ਚਾਲ ਪੁੱਛਣ ਨੂੰ। ਚੱਲ ਉਹਨਾਂ ਨੇ ਬ੍ਰਦਰ ਨੇ ਫੋਨ ਨਾਲ ਦੇ ਜਿਹੜੇ ਬੈੱਡ 'ਤੇ ਬਜ਼ੁਰਗ ਪਏ ਸੀਗੇ ਉਹਨਾਂ ਨੂੰ ਫੋਨ ਕਰਾਇਆ ਵੀ ਸਾਡਾ ਪੇਸ਼ੈਂਟ ਕਿੱਦਾਂ ਵਾ। ਉਹ ਕਹਿੰਦੇ ਠੀਕ ਆ, ਰਾਤ ਦਾ ਵਧੀਆ ਵਾ। ਉਹਨਾਂ ਨੇ ਪੁੱਛਿਆ ਵੀ ਕੋਈ ਦਵਾਈ ਵਗੈਰਾ ਦਿੱਤੀ ਆ, ਕਹਿੰਦੇ ਵੀ ਕੋਈ ਦਵਾਈ ਵਗੈਰਾ ਦਿੱਤੀ ਨਹੀਂ। ਹਾਰਟ ਦੇ ਮਰੀਜ਼ ਹੋਣ ਦੇ ਕਾਰਨ ਉਹਨਾਂ ਨੂੰ ਕੋਈ ਵੀ ਦਵਾਈ ਨਹੀਂ ਦਿੱਤੀ ਗਈ, ਕਿ ਸਿਰਫ ਕਰੋਨਾ ਦੇ ਟੀਕੇ ਵਗੈਰਾ ਛਾਤੀ ਦੇ ਵਿੱਚ ਲਾਏ ਸੀਗੇ, ਢਿੱਡ ਦੇ ਵਿੱਚ ਜਿਹੜੇ ਟੀਕੇ ਲੱਗਦੇ ਆ ਉਹਨਾਂ ਨੇ ਟੀਕੇ ਲਾਏ ਸੀਗੇ ਸਿਰਫ। ਹਾਰਟ ਦਾ ਪੇਸ਼ੈਂਟ ਹੋਣ ਕਰਕੇ ਵੀ ਤੁਸੀਂ ਉਹ ਜਿਹੜੀ ਦਵਾਈ ਆ ਉਹ ਤਾਂ ਤੁਸੀਂ ਦੇ ਦਿਓ, ਤਾਂ ਕਰਕੇ ਸਾਡਾ ਪੇਸ਼ੈਂਟ ਦੇ ਜਿਹੜੀ 10 ਸਾਲਾਂ ਤੋਂ ਦਵਾਈ ਚੱਲ ਰਹੀ ਆ ਉਹ ਤਾਂ ਪੂਰੀ ਆਪਦੀ ਲਵੇ, ਡੋਜ਼ ਲਵੇ। ਉਹਨਾਂ ਨੇ ਕੁਛ ਵੀ ਨਹੀਂ ਕੀਤਾ ਗਾ। ਚੱਲ 9 ਕੁ ਵਜੇ ਉਹਨਾਂ ਦਾ ਜਾਣੀ ਕਿ ਬ੍ਰਦਰ ਮੇਰਾ ਕਹਿੰਦਾ ਵੀ ਤੁਸੀਂ ਇਹਨਾਂ ਨੇ ਪ੍ਰਾਈਵੇਟ ਰੂਮ ਦੇ ਵਿੱਚ ਸ਼ਿਫਟ ਕਰਤਾ। ਜੇ ਉਹਨਾਂ ਨੂੰ ਕਰੋਨਾ ਹੁੰਦਾ ਉਹ ਪ੍ਰਾਈਵੇਟ ਰੂਮ ਦੇ ਵਿੱਚ ਸ਼ਿਫਟ ਕਰ ਸਕਦੇ ਸੀਗੇ। ਉਹਨਾਂ ਨੇ ਸ਼ਿਫਟ ਕੀਤਾ, ਸ਼ਿਫਟ ਕਰਕੇ ਮੇਰਾ ਬ੍ਰਦਰ ਉੱਥੇ ਕਹਿੰਦੇ ਵੀ ਤੁਸੀਂ ਆਪ ਕੇਅਰ ਕਰ ਸਕਦੇ ਹੋ, ਆਪ ਕੋਲ ਬਹਿ ਸਕਦੇ ਹੋ। ਜੇ ਕਰੋਨਾ ਦੇ ਵਾਰਡ ਹੋਰ ਹੌਸਪੀਟਲਾਂ 'ਚ ਆਪਾਂ ਜਾਣਦੇ ਹਾਂ, ਆਪਾਂ ਨੂੰ ਕੋਲ ਨਹੀਂ ਜਾਣ ਦਿੰਦੇਗੇ। ਉਹਨਾਂ ਨੇ ਸਾਨੂੰ, ਅਸੀਂ ਬੈੱਡ 'ਤੇ ਪਏ। ਹਸਪਤਾਲ ਪ੍ਰਸ਼ਾਸਨ ਤੁਹਾਨੂੰ ਆਪ ਕਹਿ ਰਿਹਾ ਕਿ ਹੁਣ ਤੁਸੀਂ ਮਰੀਜ਼ ਦੀ ਦੇਖਭਾਲ ਆਪ ਕਰ ਸਕਦੇ ਹੋ। ਹਾਂਜੀ, ਕਹਿੰਦੇ ਤੁਸੀਂ ਬਹਿ ਸਕਦੇ ਹੋ। ਇੱਕ ਪ੍ਰਾਈਵੇਟ ਰੂਮ ਦੇ ਵਿੱਚ ਸੋਫੇ ਲੱਗੇ ਹੋਏ ਸੀਗੇ, ਉੱਥੇ ਤੁਸੀਂ ਬਹਿ ਸਕਦੇ ਹੋ। ਮੈਂ ਚਲੋ ਘਰੇ ਸੀਗਾ, ਘਰੋਂ ਜਾ ਕੇ ਮੈਂ ਉੱਥੇ ਗਿਆ, ਘਰੋਂ ਚਾਹ ਲੈ ਕੇ ਗਿਆ ਸੀਗਾ। ਬੀਬੀ ਜੀ ਨੇ ਵਧੀਆ ਚਾਹ ਪੀਤੀ ਆ, ਚਾਹ ਪੀ ਕੇ ਬਿਸਕੁਟ ਵਗੈਰਾ ਖਾਧੇ ਨੇ, ਵਧੀਆ ਸਾਡੇ ਨਾਲ ਗੱਲਾਂ ਕੀਤੀਆਂ ਨੇ। ਉਸ ਤੋਂ ਬਾਅਦ ਮੈਂ ਕਿ ਜਿਹੜੀ ਮੈਡੀਸਨ ਦੇਖੀ ਵੀ ਕੋਈ ਹਜੇ ਤੱਕ ਇਹਨਾਂ ਨੇ ਮੈਡੀਸਨ ਨਹੀਂ ਦਿੱਤੀ ਗੀ ਉਹਨਾਂ ਨੇ। ਉਸ ਤੋਂ ਬਾਅਦ ਮੈਂ ਜਿਹੜੇ ਉੱਥੇ ਨਰਸ ਸੀਗੇ ਉਹਨਾਂ ਨੂੰ ਮੈਂ ਚੱਲ ਕਿਹਾ ਵੀ ਰਿਕੁਐਸਟ ਕੀਤੀ, ਮੈਂ ਕਿਹਾ ਤੁਸੀਂ ਮੈਡੀਸਨ ਤਾਂ ਦਿਓ ਜਿਹੜੀ ਹੈਗੀ। ਕਹਿੰਦੇ ਵੀ ਸਾਰਿਆਂ ਨੂੰ ਦੇ ਰਹੇ ਆ, ਉਸ ਤੋਂ ਬਾਅਦ ਤੁਹਾਡੀ ਵਾਰੀ ਆਊਗੀ ਵੀ ਤੁਹਾਨੂੰ ਦੇ ਦਾਂਗੇ। ਚੱਲ ਉਹਨਾਂ ਨੇ ਥੋੜ੍ਹੇ ਕੁ ਟਾਈਮ ਬਾਅਦ, ਅੱਧੇ ਕੁ ਘੰਟੇ ਬਾਅਦ ਉਹਨਾਂ ਨੂੰ ਮੈਡੀਸਨ ਦੇਤੀ। ਮੈਡੀਸਨ ਟੀਕੇ ਵਗੈਰਾ ਲਾਤੇ। ਜਿੱਥੇ ਗਲੂਕੋਜ਼ ਲੱਗਿਆ ਹੋਇਆ ਸੀਗਾ 3 ਦਿਨਾਂ ਤੋਂ, ਉੱਥੇ ਟੀਕੇ ਲੱਗ ਰਹੇ ਸੀਗੇ। ਨਹੀਂ ਤਾਂ ਆਪਾਂ ਡਾਕਟਰ ਹੁੰਦੇ ਆ, ਨਾੜ ਬਦਲ ਕੇ ਇੱਥੇ ਹੱਥ 'ਤੇ ਲਾ ਦੇਣਗੇ, ਕਿਤੇ ਵੀ ਲਾ ਦੇਣਗੇ। ਉਹ ਗਲੂਕੋਜ਼ ਵਾਲੀ ਜਗ੍ਹਾ ਦੇ ਵਿੱਚ ਉਹਨਾਂ ਨੇ ਮੇਰੇ ਦੇਖਦੇ 6-7 ਟੀਕੇ ਉਹਨਾਂ ਦੇ ਗਲੂਕੋਜ਼ ਵਾਲੀ ਜਗ੍ਹਾ 'ਚ ਲਾਤੇ। ਅਤੇ ਉਹਦੇ ਨਾਲ ਚਲੋ ਨੀਂਦ ਵਗੈਰਾ ਦੇ ਟੀਕੇ ਸੀਗੇ, ਵਿੱਚ ਬਿਮਾਰੀ ਦੇ ਟੀਕੇ ਸੀਗੇ। ਉਹਨਾਂ ਨੇ ਲਾ ਕੇ ਜਦੋਂ ਉਦੋਂ ਬਾਅਦ ਅੱਧੇ ਕੁ ਘੰਟੇ ਬਾਅਦ ਚਲੋ ਥੋੜ੍ਹਾ ਜਿਹਾ ਸੌਂ ਗਏ। ਉਹ ਸੌਂ ਕੇ ਜਦੋਂ ਉੱਠੇ ਉਹ ਕਹਿੰਦੇ ਘਬਰਾਹਟ ਹੋ ਰਹੀ ਆ, ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਆ, ਸਾਹ ਨਹੀਂ ਮੈਨੂੰ ਪ੍ਰੋਪਰ ਆ ਰਿਹਾ। ਫਿਰ ਮੈਂ ਭੱਜ ਕੇ ਜਾ ਕੇ ਨਰਸ ਕੋਲ ਗਿਆ ਵੀ ਤੁਸੀਂ ਕਰੋ, ਵੀ ਕੁਛ ਤਾਂ ਆਪਦੇ ਡਾਕਟਰ ਨੂੰ ਆਵਾਜ਼ ਮਾਰੋ, ਕੁਛ ਵੀ ਕਰੋ। ਉਹ ਕਹਿੰਦੇ ਵੀ ਚਲੋ ਅਸੀਂ ਆਉਂਦੇ ਹਾਂ। ਐਂ ਚਲੋ ਠੀਕ ਸੀ ਕਿ ਚਲੋ ਫਟਾਫਟ ਆ ਗਏ। ਨਾਲ ਹੀ ਰੂਮ ਸੀਗਾ ਉਹਨਾਂ ਦਾ, ਜਿਹੜੇ ਨਰਸ ਸੀਗੇ ਆ ਕੇ ਉਹਨਾਂ ਨੇ ਚੈੱਕ ਕੀਤਾ। ਕਹਿੰਦੇ ਵੀ ਦੂਜੀ ਆਕਸੀਜਨ ਲਾ ਦਿੰਦੇ ਹਾਂ, ਇੱਕ ਮਸ਼ੀਨ ਵਾਲੀ ਆਕਸੀਜਨ ਲਾ ਦਿੰਦੇ ਹਾਂ। ਪਹਿਲਾਂ ਨੋਰਮਲ ਲੱਗੀ ਹੋਈ ਸੀਗੀ, ਚਲੋ ਉਹਨਾਂ ਨੇ ਮਸ਼ੀਨ ਵਾਲੀ ਆਕਸੀਜਨ ਲਾ ਕੇ ਉਸ ਤੋਂ ਬਾਅਦ ਵੀ ਕਹਿੰਦੇ ਚਲੋ ਉਹਨੂੰ ਪੁੱਛਿਆ ਵੀ ਠੀਕ ਆ, ਤੂੰ ਸਾਹ ਪੂਰਾ ਆ ਰਿਹਾ। ਥੋੜ੍ਹਾ ਟਾਈਮ ਸਹੀ ਰਿਹਾ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੀਤਾ ਜਿਹੜਾ ਆਕਸੀਜਨ ਮਾਸਕ ਪੱਟਿਆ ਉਹਨਾਂ ਨੇ, ਕਿਉਂਕਿ ਪਿੱਛੇ ਬੰਨਿਆ ਹੋਇਆ ਸੀਗਾ ਉਹ ਵੀ ਪੇਸ਼ੈਂਟ ਲਾ ਨਾ ਸਕੇ। ਪੱਟ ਕੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਆ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਖੂਨ ਦੀ ਉਲਟੀ ਕਾਹਦੀ ਆਈ ਆ? ਕਹਿੰਦੇ ਨੋਰਮਲ, ਵੀ ਜੇ ਮਾੜਾ ਜਿਹਾ ਖੂਨ ਆ ਵੀ ਆ ਸਕਦੀ ਆ। ਮੈਂ ਕਿਹਾ ਵੀ ਕਿਸੇ ਆਪਾਂ ਨੋਰਮਲ ਜੇ ਠੀਕ ਪੇਸ਼ੈਂਟ ਆ ਉਹਨਾਂ ਨੂੰ ਖੂਨ ਦੀ ਉਲਟੀ ਆ ਨਹੀਂ ਸਕਦੀ। ਚਲੋ ਉਹਨਾਂ ਨੇ ਕਿਹਾ ਵੀ ਤੁਸੀਂ ਬਾਹਰ ਜਾਓ, ਅਸੀਂ ਵੀ ਵੈਂਟੀਲੇਟਰ 'ਤੇ ਲਾ ਕੇ ਦੇਖਣੇ ਆ, ਵੀ ਬਹੁਤ ਮਰੀਜ਼ ਤੁਹਾਡਾ ਵੀ ਬਿਮਾਰ ਆ। ਮੈਂ ਕਿਹਾ ਤੁਸੀਂ ਕਰ ਲਓ। ਅਤੇ ਉਦੋਂ ਬਾਅਦ ਜਦੋਂ ਵੈਂਟੀਲੇਟਰ 'ਤੇ ਲਾਏ, ਸਾਨੂੰ ਕਹਿੰਦੇ ਵੀ 70% ਤਾਂ ਤੁਹਾਡਾ ਪੇਸ਼ੈਂਟ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀਗਾ ਵੀ ਡੈਡ ਆ।
ਜਦੋਂ ਵੈਂਟੀਲੇਟਰ ਤੇ ਲਾ ਕੇ ਉਹਨੂੰ ਚੈੱਕ ਕੀਤਾ, ਕਹਿੰਦੇ ਵੀ ਤੁਹਾਡਾ ਪੇਸ਼ੈਂਟ 99% ਡੈਡ ਆ। ਕਹਿੰਦੇ ਵੀ ਇੱਕ ਚਾਂਸ ਵੈਂਟੀਲੇਟਰ ਤੇ ਲਾਉਣ ਤੋਂ ਪਹਿਲਾਂ 70% ਡੈਡ ਗਿਆ ਤੇ ਵੈਂਟੀਲੇਟਰ ਤੇ ਲਾਉਣ ਤੋਂ ਬਾਅਦ 90% ਡੈਡ ਗਿਆ। 99% ਉਹਨਾਂ ਨੇ ਕਹਿਤਾ ਸੀਗਾ, 99% 99% ਕਹਿਤਾ ਸੀ। ਕਹਿੰਦੇ 1% ਸਾਡੇ ਕੋਲ ਚਾਂਸ ਹੈਗਾ ਵੀ ECG ਕਰਕੇ ਦੇਖ ਲੈਂਦੇ ਆ, ਜੇ ਹਾਰਟ ਰੇਟ ਉਹਨਾਂ ਦੀ ਸਹੀ ਆਈ ਤਾਂ ਪੇਸ਼ੈਂਟ ਤੁਹਾਡਾ ਬਚ ਸਕਦਾ ਵਾ, ਕੋਈ ਅਸੀਂ ਚਾਰਜ ਦੂਜਾ ਕਰ ਸਕਦੇ ਆ ਵੀ। ਕਹਿੰਦੇ ਵੀ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਸੀਗਾ, ਕਹਿੰਦੇ ਵੀ ਵੈਂਟੀਲੇਟਰ ਤੇ ਲਾ ਕੇ ਉਹਨਾਂ ਨੇ ਮੈਨੂੰ ECG ਵਗੈਰਾ ਦਿਖਾਈ, ਕਹਿੰਦੇ ਤੁਹਾਡਾ ਪੇਸ਼ੈਂਟ ਵੀ ਹੈ ਨਹੀਂਗਾ ਹੁਣ, ਵੀ ਤੁਸੀਂ ਆਪਦਾ ਜਾਣੀ ਕਿ ਵੀ ਘਰੇ ਫੋਨ ਕਰ ਲਓ ਵਗੈਰਾ। ਘਰੇ ਫੋਨ ਕੀਤਾ, ਕਰਦੇ ਆਏ ਜਾਨੂੰ ਤਾਂ ਉਹਨਾਂ ਨੇ ਕਹਿੰਦੇ ਵੀ ਅਸੀਂ ਮੈਨੂੰ ਕਹਿੰਦੇ ਵੀ ਇੱਕ ਜਣਾ ਕਹਿੰਦੇ ਵੀ ਤੁਸੀਂ ਥੱਲੇ ਜਿਹੜੇ MD ਵਗੈਰਾ ਸੀਗੇ, ਪਤਾ ਨਹੀਂ ਕੌਣ ਸੀਗੇ, ਪਤਾ ਨਹੀਂ ਕਿੰਨੇ 106 ਪਤਾ ਨਹੀਂ ਕਿੰਨੇ ਰੂਮ ਦੇ ਵਿੱਚ ਬੈਠੇ ਸੀਗੇ, ਮੈਡਮ ਸੀਗੇ ਕੋਈ, ਤੇ ਉਹਨਾਂ ਨੇ ਚੱਲ ਉਹਨਾਂ ਕੋਲ ਗਿਆ ਮੈਂ, ਉਹਨਾਂ ਕੋਲ ਮੈਨੂੰ ਕਹਿੰਦੇ ਵੀ ਤੁਸੀਂ ਜਾ ਕੇ ਵੀ ਉੱਥੇ ਇੱਕ ਮਾਡਲ ਟਾਊਨ ਆ ਇਹਨਾਂ ਦਾ ਬਣਾਇਆ ਹੋਇਆ ਸ਼ਮਸ਼ਾਨ ਘਾਟ, ਕਹਿੰਦੇ ਉੱਥੇ ਜਾ ਕੇ ਤੁਸੀਂ ਕਰੋ ਵੀ ਕਰਨਾ ਵਾ ਸੰਸਕਾਰ ਕਰਨਾ ਹੈਗਾ ਸੰਸਕਾਰ। ਚਲੋ ਉੱਥੇ ਚੱਲੇ ਅਸੀਂ, ਕਹਿੰਦੇ ਵੀ 4 ਵੱਜ ਗਏ ਵੀ ਜੇ ਤੁਸੀਂ ਲੇਟ ਹੋ ਗਏ ਵੀ ਅਸੀਂ ਬੋਡੀ ਵੀ ਨਹੀਂ ਰੱਖਣੀ, ਤੁਸੀਂ ਘਰੇ ਵੀ ਨਹੀਂ ਲਿਜਾ ਸਕਦੇ, ਤੁਸੀਂ ਖੱਜਲ ਹੋਵੋਗੇ। ਤੇ ਚਲੋ ਇੱਕ ਜਣਾ ਸਾਡੇ 'ਚ ਉਹੀ ਹਾਲਤ ਦੇ ਮਰੀਜ਼ ਕਰੋਨਾ ਨੈਗੇਟਿਵ ਸੀ, ਉਦੋਂ ਕਰੋਨਾ ਨੈਗੇਟਿਵ ਸੀਗਾ ਜੀ। ਮੈਂ ਸਾਨੂੰ ਬਕਾਇਦਾ ਰਿਪੋਰਟ ਆਈ ਸੀਗੀ, ਉਹਦੇ ਵਿੱਚ ਤੁਹਾਨੂੰ ਮੈਂ ਰਿਪੋਰਟ ਦਿਖਾ ਚੁੱਕਿਆ ਮੈਂ ਵੀ ਸਾਰੀ ਗੌਰਮੈਂਟ ਸਰਕਾਰ ਦੀ ਸਾਨੂੰ ਰਿਪੋਰਟ ਆ ਗਈ ਸੀਗੀ। ਕਹਿੰਦੇ ਨਹੀਂ ਵੀ ਸਾਨੂੰ ਹੱਥ ਹੀ ਨਹੀਂ ਲਾਉਣ ਦਿੱਤਾ ਗਾ। ਚਲੋ ਪਹਿਲਾਂ ਮੈਂ ਸਾਂਭ ਰਿਹਾ ਮੈਂ, ਪਹਿਲਾਂ ਸਾਰਾ ਕੁਛ ਕਰ ਰਿਹਾ, ਉਦੋਂ ਕਰੋਨਾ ਨਹੀਂ ਸੀਗਾ। ਪ੍ਰਾਈਵੇਟ ਰੂਮ 'ਚ ਸ਼ਿਫਟ ਕਰਤਾ, ਉਦੋਂ ਕਰੋਨਾ ਨਹੀਂ ਸੀਗਾ। ਜਦੋਂ ਹੁਣ ਇਹਨਾਂ ਨੇ ਆਪਦੇ ਪੈਸੇ ਬਣਾਉਣੇ ਸੀ, ਆਪਦਾ ਕੁਛ ਚਾਰਜ ਲੈਣੇ ਸੀਗੇ, ਉਦੋਂ ਕਰੋਨਾ ਹੋ ਗਿਆ। ਉੱਥੇ ਸ਼ਮਸ਼ਾਨ ਘਾਟ ਲੈ ਗਏ, ਉੱਥੇ ਵੀ ਨਹੀਂ ਸਾਨੂੰ ਹੱਥ ਲਾਉਣ ਦਿੱਤਾ। ਇੱਕ ਗੁਰਸਿੱਖ ਹੋਣ ਦੇ ਕਾਰਨ ਬੀਬੀ ਸਵੇਰੇ ਉੱਠ ਕੇ ਪਾਠ ਕਰਦੇ ਸੀਗੇ, ਸਾਰਾ ਕੁਛ ਇਸ਼ਨਾਨ ਕਰਦੇ ਸੀਗੇ, ਇਸ਼ਨਾਨ ਵੀ ਨਹੀਂ ਕਰਾਉਣ ਦਿੱਤਾ ਸਾਨੂੰ। ਜਦੋਂ ਆਪਾਂ ਕੋਈ ਵੀ ਬੰਦਾ ਮਰਦਾ ਵਾ, ਕੁਛ ਵੀ ਹੁੰਦਾ ਗਾ, ਉਹਨੂੰ ਆਪਾਂ ਬਕਾਇਦਾ ਮੰਜੇ 'ਤੇ ਜਾਂ ਫਿਰ ਕਿਸੇ ਚੀਜ਼ 'ਤੇ ਪਾਉਂਦੇ ਆ, ਉਹਨਾਂ ਨੂੰ ਥੱਲੇ ਲਿਟਾ ਦਿੱਤਾ ਗਿਆ। ਐਂਬੂਲੈਂਸ ਦੇ ਵਿੱਚ ਚਾਚਾ ਜੀ ਸੀਗੇ, ਇੱਕ ਚਾਚਾ ਜੀ ਦਾ ਬੇਟਾ ਸੀਗਾ, ਉਹ ਨਾਲ ਬਹਿ ਕੇ ਚਲੇ ਗਏ। ਹਸਪੀਟਲ ਨੇ ਸਾਨੂੰ ਕਿਹਾ ਸੀ ਵੀ 2 ਜਣੇ ਨਾਲ ਬਹਿ ਕੇ ਚਲੇ ਜਾਓ। ਜਦੋਂ ਅਸੀਂ ਸ਼ਮਸ਼ਾਨ ਘਾਟ ਪਹੁੰਚੇ, ਜਿਹੜੇ ਉੱਥੇ ਟੀਮ ਸੀਗੀ, ਉਹ ਕਹਿੰਦੇ ਤੁਸੀਂ ਨਾਲ ਕਿਉਂ ਬਹਿ ਕੇ ਆਏ, ਵੀ ਕਰੋਨਾ ਪੇਸ਼ੈਂਟ ਆ, ਤੁਹਾਨੂੰ ਹੋ ਜਾਊਗਾ। ਮੈਂ ਕਿਹਾ ਯਾਰ ਕੀ ਹੋ ਜਾਊਗਾ, ਅਸੀਂ ਹੁਣ ਤੱਕ ਤਾਂ ਨਾ ਰਹੇ ਹਾਂ। ਕਹਿੰਦੇ ਨਹੀਂ ਵੀ ਉਦੋਂ ਹਸਪਤਾਲ ਇੱਕੋ ਦਮ ਕਹਿਣ ਲੱਗਿਆ ਕਿ ਕਰੋਨਾ ਪੇਸ਼ੈਂਟ ਹੈ। ਉਦੋਂ ਤੱਕ ਇੱਕ ਇਹਨਾਂ ਨੂੰ ਮੈਸੇਜ ਆ ਚੁੱਕਾ ਸੀਗਾ ਸਿਹਤ ਵਿਭਾਗ ਵੱਲੋਂ, ਜਿਹੜਾ ਇੱਕ SMS ਆਉਂਦਾ ਜਿਸ ਦੇ ਵਿੱਚ ਰਿਪੋਰਟ ਮੈਂਸ਼ਨ ਕੀਤੀ ਜਾਂਦੀ ਕਿ ਪੋਜ਼ਿਟਿਵ ਆਈ ਹੈ ਕਿ ਨੈਗੇਟਿਵ। ਤੇ ਇਹ ਜਿਹੜਾ ਇਹਨਾਂ ਨੂੰ ਮੈਸੇਜ ਆਇਆ ਸੀਗਾ, ਗੁਰਮੀਤ ਕੌਰ ਜਿਨ੍ਹਾਂ ਦੀ ਇਹ ID ਪੇਸ਼ੈਂਟ ID ਤੇ COVID-19 ਦੀ ਜਾਂਚ ਦੇ ਲਈ ਜਿਹੜਾ ਟੈਸਟ ਕੀਤਾ ਗਿਆ ਸੀ, ਰੈਪਿਡ ਐਂਟੀਜਨ ਟੈਸਟ ਦਾ ਸੈਂਪਲ ਜਿਹੜਾ ਕਿ 18/9/2020 ਨੂੰ ਲਿਆ ਗਿਆ ਸੀ, ਜੋ ਕਿ ਨੈਗੇਟਿਵ ਆਇਆ, ਯਾਨੀ ਕਿ ਮਰੀਜ਼ ਪੋਜ਼ਿਟਿਵ ਨਹੀਂ ਸੀ। ਇੰਨਾ ਕੁ ਸਪਸ਼ਟ ਹੋ ਜਾਂਦਾ ਹੈ ਮੈਸੇਜ। ਹਾਂਜੀ ਮੈਮ। ਫਿਰ ਉਦੋਂ ਬਾਅਦ ਚਲੋ ਇਹਨਾਂ ਨੇ ਸਾਨੂੰ 1 ਘੰਟੇ ਵਿੱਚ ਫੁੱਲ ਚੁੱਕ ਕੇ ਸਾਨੂੰ ਦਿੱਤੇ ਸੀਗੇ। ਨੈਕਸਟ ਦਿਨ ਬ੍ਰਦਰ ਤੇ ਉਹਦਾ ਫਰੈਂਡ ਹਸਪੀਟਲ ਜਾਂਦੇ ਨੇ, ਉਹਨਾਂ ਨੂੰ ਪੁੱਛਦੇ ਨੇ ਵੀ ਸਾਨੂੰ ਸਾਡੇ ਮਰੀਜ਼ ਦੇ ਵੀ ਇੰਸ਼ੋਰੈਂਸ ਵਗੈਰਾ ਹੈਗਾ, ਉਹਨਾਂ ਨੂੰ ਝੂਠ ਬੋਲ ਕੇ ਜਾਣੀ ਕਿ ਵੀ ਸਾਨੂੰ ਇੱਕ ਲਿਖਤੀ ਰੂਪ ਦੇ ਵਿੱਚ ਪੋਜ਼ੀਟਿਵ ਸਾਨੂੰ ਦੇ ਦਿਓ ਵੀ ਅਸੀਂ ਇੰਸ਼ੋਰੈਂਸ ਲੈ ਸਕੀਏ। ਚਲ ਉਹਨਾਂ ਨੇ ਸਾਨੂੰ ਆਹ ਲਿਖ ਕੇ ਦਿੱਤਾ ਵੀ ਤੁਹਾਡਾ ਪੇਸ਼ੈਂਟ ਪੋਜ਼ਿਟਿਵ ਆ। ਇਹ ਤੁਸੀਂ ਜਾਣ ਕੇ ਝੂਠ ਬੋਲਿਆ ਸੀਗਾ ਤਾਂ ਕਿ ਤੁਸੀਂ ਪ੍ਰੂਫ ਲੈ ਲਓ, ਪ੍ਰੂਫ ਇੱਕ ਲੈ ਸਕੀਏ ਵੀ ਹਸਪੀਟਲ ਦਾ ਸੱਚ ਬਾਹਰ ਆਵੇ ਵੀ ਸਾਡਾ ਪੇਸ਼ੈਂਟ ਨੈਗੇਟਿਵ ਸੀ, ਇਹਨਾਂ ਨੇ ਪੋਜ਼ਿਟਿਵ ਕੱਢਿਆ। ਯਾਨੀ ਉਹਨਾਂ ਨੇ ਡੈਥ ਤੋਂ ਬਾਅਦ ਜਿਹੜੀ ਰਿਪੋਰਟ ਤੁਸੀਂ ਮੰਗੀ ਉਹਦੇ ਵਿੱਚ ਉਹਨਾਂ ਨੂੰ ਪੋਜ਼ਿਟਿਵ ਦੱਸਿਆ, ਪਰ ਅਸਲ ਦੇ ਵਿੱਚ ਰਿਪੋਰਟ ਇਹ ਹੈ ਜੋ ਮੈਸੇਜ ਤੁਹਾਨੂੰ ਸਿਹਤ ਵਿਭਾਗ ਦਾ ਹੈ। ਗਵਰਨਮੈਂਟ ਵੱਲੋਂ ਸਾਨੂੰ ਬਕਾਇਦਾ ਮੈਸੇਜ ਆਇਆ ਹੋਇਆ ਸੀਗਾ ਵੀ ਤੁਹਾਡਾ ਨੈਗੇਟਿਵ ਆ। ਤੇ ਇਹਨਾਂ ਨੇ ਸਾਨੂੰ ਅਗਲੇ ਦਿਨ ਵੀ ਉਹਨਾਂ ਨੇ ਸੱਚ ਨਹੀਂ ਬੋਲਿਆ, ਸਾਨੂੰ ਕਹਿੰਦੇ ਵੀ ਤੁਹਾਡੇ ਪੇਸ਼ੈਂਟ ਪੋਜ਼ਿਟਿਵ ਸੀਗਾ। ਚਲੋ ਇੱਕ ਇਹਨਾਂ ਨੇ ਸਾਨੂੰ ਬਿੱਲ ਵਗੈਰਾ ਦੇ ਵਿੱਚ 7-8 ਹਜ਼ਾਰ ਦੇ ਜਾਣੀ ਕਿ ਵਾਧੂ ਬਿੱਲ ਲਾਏ ਹੋਏ ਸੀਗੇ। ਰੂਮ ਦੇ ਹੋ ਗਏ, ਕੋਵਿਡ ਵਾਰਡ ਦੇ ਹੋ ਗਏ, ਜਾਣੀ ਕਿ ਪ੍ਰਾਈਵੇਟ ਰੂਮ ਇਹਨਾਂ ਨੇ ਇਹਨਾਂ ਦਾ ਕੋਵਿਡ ਵਾਰਡ ਸੀਗਾ, ਕੋਵਿਡ ਵਾਰਡ ਇਹਨਾਂ ਨੇ ਖ਼ਤਮ ਕਰਕੇ ਪਤਾ ਨਹੀਂ ਮਲੇਰੀਆ ਕੁਛ ਇੱਦਾਂ ਦਾ ਵਾਰਡ ਬਣਾਉਣਾ ਸੀਗਾ। ਸਾਰੇ ਜਿੰਨੇ ਵੀ ਪੇਸ਼ੈਂਟ ਸੀਗੇ ਉਹਨਾਂ ਨੂੰ ਇੱਕ ਪ੍ਰਾਈਵੇਟ ਰੂਮ ਦੇ ਵਿੱਚ ਸ਼ਿਫਟ ਕਰਤਾ ਸੀ। ਜਿੰਨੇ ਵੀ ਪ੍ਰਾਈਵੇਟ ਰੂਮ ਸੀਗੇ ਉੱਪਰ 3ਜੀ ਮੰਜ਼ਿਲ 'ਤੇ ਇਹਨਾਂ ਪ੍ਰਾਈਵੇਟ ਰੂਮ ਬਣਾਏ ਹੋਏ ਸੀਗੇ, ਉੱਥੇ ਸ਼ਿਫਟ ਕਰਤਾ ਸੀਗਾ। ਤੇ ਉਹਦਾ ਵੀ ਇਹਨਾਂ ਨੇ 4-6 ਹਜ਼ਾਰ ਇੰਨਾ ਚਾਰਜ, ਜਾਣੀ ਕਿ ਪਹਿਲਾਂ ਇਹਨਾਂ ਨੇ ਬਿੱਲ ਬਣਾਇਆ ਸੀ 31,000 ਕੁਛ, ਟੀਕੇ ਫੂਡ ਵਗੈਰਾ ਦਾ ਬਿੱਲ ਪਾ ਕੇ। ਹਾਂਜੀ, ਫੂਡ 1000 ਰੁਪਇਆ ਫੂਡ ਦਾ ਪਾਇਆ ਸੀਗਾ। ਸਾਡਾ ਪੇਸ਼ੈਂਟ ਤਾਂ ਫੂਡ ਖਾ ਹੀ ਨਹੀਂ ਸਕਦਾ ਸੀਗਾ, ਇੰਨਾ ਬਿਮਾਰ ਇੰਨਾ ਸੀਗਾ। ਜਿਹੜਾ ਕੁਛ ਵੀ ਚਾਹ ਵਗੈਰਾ ਪੀਂਦੇ ਸੀਗੇ ਉਹ ਅਸੀਂ ਘਰੋਂ ਲੈ ਕੇ ਜਾਂਦੇ ਸੀਗੇ, ਖਿਚੜੀ ਵਗੈਰਾ ਸੀਗੀ ਅਸੀਂ ਘਰੋਂ ਬਣਾ ਕੇ ਜਾਂਦੇ ਸੀਗੇ ਵੀ ਪਤਾ ਨਹੀਂ ਬਾਹਰੋਂ ਕਿੱਦਾਂ ਦਾ ਹੋਊਗਾ। ਅਸੀਂ ਸਾਰਾ ਕੁਛ ਘਰੋਂ ਲੈ ਕੇ ਗਏ ਆਪਦੇ ਬਣਾ ਕੇ ਵੀ ਵਧੀਆ ਹੋਵੇ।
ਵੀ ਸਾਡੇ ਪੇਸ਼ੈਂਟ ਨੂੰ ਇਹਨਾਂ ਨੇ ਫੂਡ ਨਾ ਕੁਝ ਹੋ ਜਾਵੇ। ਉਦੋਂ ਬਾਅਦ ਇਹਨਾਂ ਨੇ ਆਹ ਸਾਰਾ ਕੁਝ ਰਿਪੋਰਟਾਂ ਵਗੈਰਾ ਸੀਗੀਆਂ ਜਿਹੜੀਆਂ ਇਹਨਾਂ ਨੇ ਕਲੀਅਰ ਦੂਜਾ ਬਿੱਲ ਵਗੈਰਾ ਸੀਗੇ, ਉਹ ਕਹਿੰਦੇ ਵੀ ਅਸੀਂ ਕਲੀਅਰ ਕਰ ਦਿੰਦੇ ਹਾਂ ਤੁਹਾਨੂੰ। 6-7 ਹਜ਼ਾਰ ਜਿਹੜਾ ਸੀਗਾ ਉਹਨਾਂ ਨੇ ਵਾਪਸ ਕਰਤਾ। ਵਾਪਸ ਕਰਕੇ ਬਿੱਲ ਉਸ ਤੋਂ ਬਾਅਦ ਬਣਾਤਾ ਇਹਨਾਂ ਨੇ 25,000 ਕੁਛ ਬਿੱਲ ਬਣਾਤਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਦੱਸ ਕੇ ਆਏ ਯਾਨੀ ਕਿ ਉਹ ਨਜਾਇਜ਼ ਹੀ ਜੋੜੇ ਹੋਏ ਸੀ ਪੈਸੇ। ਹਾਂਜੀ, ਨਜਾਇਜ਼ ਜੋੜੇ ਹੋਏ ਸੀਗੇ। ਉਹਨਾਂ ਨੂੰ ਸਪੈਸ਼ਲ ਦੱਸ ਕੇ ਆਏ ਵੀ ਸਾਡੇ ਕੋਲ ਵੀ ਨੈਗੇਟਿਵ ਰਿਪੋਰਟ ਆ ਗਈ ਸੀਗੀ। ਯਾਨੀ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰਿਵਾਰ ਨੂੰ, ਮਰੀਜ਼ਾਂ ਨੂੰ ਬੇਵਕੂਫ ਬਣਾਉਣ ਦੀ, ਤੇ ਜੇ ਅੱਗੋਂ ਕੋਈ ਉਹਨਾਂ ਵਰਗਾ ਟੱਕਰ ਜੇ ਤਾਂ ਫਿਰ ਇਹ ਪੈਰ ਪਿੱਛੇ ਕਰਨਾ। ਹਾਂਜੀ ਮੈਮ, ਉਹਨਾਂ ਦਾ ਰੰਗ ਉੱਡ ਗਏ ਸੀਗੇ ਵੀ ਇਹਨਾਂ ਕੋਲ ਰਿਪੋਰਟ ਕਿੱਥੋਂ ਆ ਗਈ, ਵੀ ਅਸੀਂ ਤਾਂ ਪੋਜ਼ਿਟਿਵ ਇਹਨਾਂ ਨੂੰ ਹੁਣੀ ਰਿਪੋਰਟ ਦਿੱਤੀ ਆ। ਵੀਰ ਉਹਨਾਂ ਨੇ ਮੈਨੂੰ ਜਦ ਹੀ ਉੱਥੇ ਫੋਟੋਆਂ ਖਿੱਚ ਕੇ ਵੀ ਮੈਨੂੰ WhatsApp ਕਰਤੀਆਂ ਸੀਗੀਆਂ, ਤਾਂ ਕਿ ਵੀ ਉਹਨਾਂ ਵੀ ਕਿਉਂਕਿ ਰਿਪੋਰਟਾਂ ਉਹਨਾਂ ਕੋਲ ਸੀਗੀਆਂ ਸਾਰਾ ਕੁਛ, ਉਹਨਾਂ ਨੂੰ ਵੀ ਕੁਛ ਵੀ ਕਰ ਸਕਦੇ ਕਰੋਨਾ, ਉਹਨਾਂ ਨੂੰ ਵੀ ਕੱਢ ਸਕਦੇ ਸੀਗੇ, ਉਹਨਾਂ ਨੂੰ ਵੀ ਉੱਥੇ ਹਸਪੀਟਲ ਐਡਮਿਟ ਕਰ ਸਕਦੇ ਸੀ। ਉਹਨਾਂ ਨੇ ਜਿੰਨੀ ਜਲਦੀ ਹੋ ਸਕੀ ਜਿੰਨੇ ਵੀ ਫਰੈਂਡ ਸੀਗੇ ਸਾਰਿਆਂ ਨੂੰ ਪੋਜ਼ਿਟਿਵ ਜਿਹੜੀ ਇਹਨਾਂ ਨੇ ਰਿਪੋਰਟ ਝੂਠੀ ਕੱਢੀ ਸੀਗੀ ਉਹ ਸਾਰੀ ਉਹਨਾਂ ਨੇ ਸੈਂਡ ਕਰਤੀ ਸੀਗੀ ਪਹਿਲਾਂ ਹੀ। ਬਾਅਦ ਵਿੱਚ ਬਜ਼ੁਰਗੋ ਤੁਸੀਂ ਉੱਥੇ ਦੇਖਿਆ ਹੋਣਾ ਜੋ ਇਹਨਾਂ ਨੇ ਕਿਹਾ ਕਿ ਇੱਕੋ ਦਮ ਰੰਗ ਉੜ ਗਏ ਜਦੋਂ ਅਸੀਂ ਦਿਖਾਇਆ ਕਿ ਨੈਗੇਟਿਵ ਰਿਪੋਰਟ ਦਾ ਮੈਸੇਜ ਸਾਨੂੰ ਆ ਚੁੱਕਾ ਹੈ। ਇਸ ਤਰ੍ਹਾਂ ਪਰਿਵਾਰ ਦੇ ਨਾਲ ਜੋ ਪਰਿਵਾਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਨੈਗੇਟਿਵ ਰਿਪੋਰਟ ਦਿਖਾ ਕੇ ਤੁਸੀਂ ਉਹਨਾਂ ਤੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ? ਹਾਂਜੀ ਬਿਲਕੁਲ, ਅਸੀਂ ਉਹਨਾਂ ਤੋਂ ਕੋਸ਼ਿਸ਼ ਕੀਤੀ ਵੀ ਸਾਨੂੰ ਦੱਸਿਆ ਜਾਵੇ, ਸਪਸ਼ਟ ਦਿੱਤਾ ਜਾਵੇ ਹੱਲ ਨਾ, ਤੇ ਉਹਨਾਂ ਨੇ ਬਸ ਆਪਣਾ ਜੋ ਕੀਤਾ ਕਾਰਵਾਈ ਜਾਣੀ ਧੱਕਾ ਕੀਤਾ। ਸਾਡੀ ਇਹੀ ਰਿਕੁਐਸਟ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ, ਹੈ ਨਾ। ਸਾਡੇ ਬਜ਼ੁਰਗਾਂ ਦੀ ਬਹੁਤ ਹੀ ਵਧੀਆ, ਬਹੁਤ ਸ਼ਖਸੀਅਤ ਸੀਗੀ, ਬਹੁਤ ਸੱਚੀ ਸੁੱਚੀ, ਬੜੇ ਸਾਫ਼ ਸੁਥਰੇ ਸੀ, ਵੀ ਉਹਨਾਂ ਦੀ ਅੰਤਮ ਸੰਸਕਾਰ ਵੇਲੇ ਦੁਰਦਸ਼ਾ ਕੀਤੀ ਗਈ ਆ। ਤੇ ਸਾਨੂੰ ਬੇਨਤੀ ਹੈ ਵੀ ਤੁਹਾਡੇ, ਅਸੀਂ ਡੇਲੀ ਪੋਸਟ ਪੰਜਾਬ ਧੰਨਵਾਦ ਕਰਦੇ ਹਾਂ ਬਈ ਸਾਡੀ ਗੱਲ ਸੁਣੀ ਗਈ ਆ, ਅਸੀਂ ਲੋਕਾਂ ਤੱਕ ਪਹੁੰਚਾ ਸਕੀਏ। ਸਾਡੇ ਮਨ ਵਿੱਚ ਇਹ ਸੀ, ਮੁੰਡੇ ਨੇ ਦੱਸਿਆ ਹੈਗਾ ਸਾਡੇ ਨੇ, ਤੇ ਡਰ ਰਹੇ ਸੀ, ਕਹਿੰਦੇ ਵੀ ਪੈਸੇ ਵਾਲੇ ਆ, ਪੁਲਿਸ ਮਿਲੀ ਹੁੰਦੀ ਆ, ਗੌਰਮੈਂਟ ਕੋਈ ਨਹੀਂ ਸੁਣ ਰਿਹਾ, ਵੀ ਆਪਣੇ ਨਾ ਹੋ ਜੀ ਕੱਲ੍ਹ ਨੂੰ ਕੋਈ ਆਪਣੇ 'ਤੇ ਐਕਸ਼ਨ ਲੈਣਗੇ, ਕੱਲ੍ਹ ਨੂੰ ਕੋਈ ਝੂਠਾ ਕੇਸ ਪਾ ਦੇਣਗੇ, ਹੈ ਨਾ। ਮੈਂ ਕਿਹਾ ਵੀ ਇਸ ਤਰ੍ਹਾਂ ਨਹੀਂ ਹੈ, ਪ੍ਰਮਾਤਮਾ ਸਹਾਈ ਆ। ਮੀਡੀਆ 'ਤੇ ਅੱਜ ਸਾਡੇ ਕੋਲੇ ਸੁਵਿਧਾਵਾਂ ਹੈਗੀਆਂ ਨੇ, ਤੇ ਇਸ ਲਈ ਅਸੀਂ ਤੁਹਾਡੇ ਧੰਨਵਾਦ ਆ ਤੇ ਸਾਨੂੰ ਗੱਲ ਕਰਨ ਦਾ ਮੌਕਾ ਮਿਲਿਆ ਹੈਗਾ। ਪਰਿਵਾਰ ਦਾ ਇੱਕ ਜੀ ਬਹੁਤ ਅਹਿਮ ਹੁੰਦੇ, ਬੋਰਡ ਦੀ ਛਾਂ ਹੁੰਦੇ ਨੇ ਬਜ਼ੁਰਗ। ਪਰਿਵਾਰ ਦਾ ਵਿੱਚੋਂ ਜਦੋਂ ਇੱਕ ਜੀ ਚਲਾ ਜਾਂਦਾ ਹੈ, ਉਹ ਵੀ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀਆਂ, ਧੱਕੇਸ਼ਾਹੀਆਂ ਜਾਂ ਜੋ ਵੀ ਉਹਨਾਂ ਨੇ ਕੀਤਾ ਹੈ, ਇਹ ਅਸੀਂ ਜਾਣਦੇ ਹਾਂ, ਜਿਨ੍ਹਾਂ ਦੇ ਪਰਿਵਾਰ ਦਾ ਜੀ ਸੀ ਉਹ ਜਾਣਦਾ ਹੈ। ਪਰ ਤੁਹਾਨੂੰ ਕੀ ਲੱਗਦਾ ਕਿ ਹਸਪਤਾਲ ਪ੍ਰਸ਼ਾਸਨ ਜਾਂ ਡਾਕਟਰ ਜਾਂ ਨਰਸਿਸ, ਇਹਨਾਂ ਦਾ ਦਿਲ ਨਹੀਂ ਹੁੰਦਾ? ਦਿਲ ਤਾਂ ਹੁੰਦਾ, ਪਰ ਜ਼ਿਆਦਾ ਜਿਵੇਂ ਇਹਨਾਂ ਨੂੰ ਜ਼ਿਆਦਾ ਤਕਰੀਬਨ ਆਮ ਆਪਾਂ ਜਿਹੜਾ ਪਹਿਲਾਂ ਸੀਗਾ, ਜਦੋਂ ਆਮ ਡਾਕਟਰ ਨੂੰ ਦੂਜਾ ਰੱਬ ਕਿਹਾ ਜਾਂਦਾ ਸੀਗਾ, ਵੀ ਇਹਨੂੰ ਡਾਕਟਰ ਨੂੰ ਹੈ ਦੂਜਾ ਰੱਬ ਕਿਹਾ ਜਾਂਦਾ ਸੀਗਾ। ਪਰ ਹੁਣ ਰੱਬ ਰੂਪੀ ਜਿਹੜੇ ਹੈਗੇ ਨੇ ਇਨਸਾਨ ਨੇ, ਉਹ ਤਾਂ ਹੁਣ ਦਰਿੰਦੇ ਹੋ ਚੁੱਕੇ ਨੇ ਨਾ। ਇਹ ਸਭ ਵੀ ਕਿੰਨਾ ਜਲਾਦ ਹੋ ਚੁੱਕੇ ਨੇ, ਵੀ ਕਿੰਨਾ ਭਰੋਸਾ ਹੁੰਦਾ ਸੀ ਇਹਨਾਂ ਦੇ ਡਾਕਟਰ ਦਾ ਲੱਖਾਂ ਵੀ ਜੇ ਡਾਕਟਰ ਕੋਲ ਚਲੇ ਗਏ ਵੀ ਆਪਣਾ ਮਰੀਜ਼ ਠੀਕ ਹੋ ਜਾਊਗਾ। ਆਪਾਂ ਆਪਣੀ ਵੱਡੀ ਛਾਲ ਵੀ ਇਹੀ ਹੁੰਦੀ ਆ ਨਾ ਤਕਰੀਬਨ, ਆਪਣਾ ਜੇ ਘਰੇ ਆਪਾਂ ਕੁਝ ਵੀ ਕੋਈ ਨਾ ਕੋਈ ਆਪਾਂ ਨੂੰ ਪ੍ਰੋਬਲਮ ਆਉਂਦੀ ਆ, ਆਪਾਂ ਜਦੇ ਚੱਕ ਕੇ ਆਪਣੇ ਮਰੀਜ਼ ਨੂੰ, ਕੋਈ ਵੀ ਆਪਣਾ ਭੈਣ ਭਾਈ ਆ, ਕੋਈ ਵੀ ਕਿਸੇ ਕਿਸਮ ਦਾ, ਆਪਾਂ ਚੱਕ ਕੇ ਛੇਤੀ ਹਸਪੀਟਲ ਭੇਜਦੇ ਹਾਂ, ਕਿਉਂ ਵੀ ਡਾਕਟਰ ਨੇ ਉਹ ਰੱਬ ਦਾ ਰੂਪ ਹੁੰਦੇ ਨੇ। ਪਰ ਹੁਣ ਜੇ ਰੱਬ ਦਾ ਰੂਪ ਇਹ ਦੂਜੇ ਲੋਟ ਇਹਨਾਂ ਨੇ ਜਮ ਰੂਪੀ ਇਹਨਾਂ ਨੇ ਧਾਰ ਲਿਆ, ਫਿਰ ਇਹਨਾਂ ਤੋਂ ਕੋਈ ਇਨਸਾਫ ਦੀ ਮੰਗ ਤਾਂ ਕੀਤੀ ਨਹੀਂ ਜਾ ਸਕਦੀ। ਜਿਸ ਤਰ੍ਹਾਂ ਤੁਸੀਂ ਦਿਖਾ ਰਹੇ ਹੋ ਕਿ ਉਹ ਕਰੋਨਾ ਵਾਇਰਸ ਨੈਗੇਟਿਵ ਉਹਨਾਂ ਦੀ ਰਿਪੋਰਟ ਆਈ ਸੀ, ਪਰ ਇੱਕ ਨੈਗੇਟਿਵ ਰਿਪੋਰਟ ਵਾਲੇ ਪੇਸ਼ੈਂਟ ਨੂੰ ਪੋਜ਼ਿਟਿਵ ਬਣਾ ਦੇਣਾ, ਤੇ ਜਿਹੜੇ ਅਸਲੀਅਤ ਦੇ ਵਿੱਚ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਉਹਨਾਂ ਦਾ ਕੀ ਹਾਲ ਹੁੰਦਾ ਹੋਣਾ ਹੈ, ਜਾਂ ਉਹ ਕਿਸ ਡਰ ਦੇ ਨਾਲ ਹਸਪਤਾਲ ਜਾਂਦੇ ਹੀ ਨਹੀਂ ਹੋਣੇ? ਹਾਂਜੀ, ਇਹੀ ਤਾਂ ਸਮਝਣ ਵਾਲੀ ਗੱਲ ਹੈ ਵੀ ਅਣਮਨੁੱਖੀ ਅਧਿਕਾਰ ਹੈ, ਧੱਕਾ ਹੋ ਰਿਹਾ ਸਰੇਆਮ ਪਬਲਿਕ ਦੇ ਨਾਲ, ਹੈ ਨਾ। ਬਹੁਤ ਹੀ ਇਨਸਾਨੀਅਤ ਦੇ ਨਾਲ ਘਾਣ ਹੋ ਰਿਹਾ ਇਨਸਾਨੀਅਤ ਦਾ, ਤੇ ਇਹਦਾ ਮਤਲਬ ਹੱਲ ਹੋਣਾ ਚਾਹੀਦਾ। ਗੌਰਮੈਂਟ ਨੂੰ ਦੇਖਣਾ ਚਾਹੀਦਾ, ਇਹਨੂੰ ਨੱਥ ਪਾਈ ਜਾਵੇ। ਇਹ ਰਘੁਨਾਥ ਹਸਪੀਟਲ ਆ, ਜਿਵੇਂ ਇਹਨਾਂ ਨੂੰ ਲਾਇਸੈਂਸ ਇਹਨਾਂ ਦੇ ਕੈਂਸਲ ਕੀਤੇ ਜਾਣ, ਬਕਾਇਦਾ ਗੌਰ ਕੀਤੀ ਜਾਵੇ ਤਾਂ ਕਿ ਪਬਲਿਕ ਨੂੰ ਤੰਗ ਨਾ ਕੀਤਾ ਜਾਵੇ। ਹਾਂਜੀ, ਬਾਕੀ ਜਿਹੜੇ ਨਿਊਜ਼ ਰਿਪੋਰਟਰ ਸੀਗੇ, ਬਾਕੀ ਜਿਹੜੇ ਹੋਰ ਨਿਊਜ਼ ਰਿਪੋਰਟਰ ਨੇ, ਉਹਨਾਂ ਨੇ ਆਪਦੇ ਅਖਬਾਰਾਂ ਦੇ ਵਿੱਚ ਨਾ ਪੁੱਛ ਕੇ, ਜਿਵੇਂ ਹੁਣ ਕੋਵਿਡ ਨਿਕਲਦਾ ਗਾ, ਉਹਨਾਂ ਦੇ ਪਰਿਵਾਰਾਂ ਤੋਂ ਪੁੱਛਿਆ ਜਾਵੇ ਵੀ ਤੁਹਾਡਾ ਪੇਸ਼ੈਂਟ ਸਹੀ ਹੋਇਆ ਸੀਗਾ, ਇੱਦਾਂ ਦਾ ਕੁਛ ਬਿਨਾਂ ਕੁਛ ਪੁੱਛ ਕੀਤੇ ਤੇ ਕੋਈ ਰਿਪੋਰਟਰ ਸਾਡੇ ਘਰੇ ਨਹੀਂ, ਕੁਛ ਵੀ ਨਹੀਂ ਹੋਇਆ। ਉਹਨਾਂ ਨੇ ਨਿਊਜ਼ ਪੇਪਰ 'ਚ ਲਾਤਾ ਵੀ ਗੁਰਮੀਤ ਕੌਰ ਨੂੰ ਕਰੋਨਾ ਪੋਜ਼ਿਟਿਵ ਸੀ, ਕਿਉਂਕਿ ਸਾਡੇ ਕੋਲ ਸਾਰੀਆਂ ਰਿਪੋਰਟਾਂ ਨੈਗੇਟਿਵ ਸੀ। ਹੁਣ ਸੰਸਕਾਰ ਕੀਤਾ, ਨਾ ਕੋਈ ਪਿੰਡ ਦਾ ਕੋਈ ਆ ਕੇ ਖੜਿਆ। ਜੇ ਕੋਈ ਕਿਸੇ ਪਿੰਡ ਵਾਲੇ ਨੂੰ ਕਹਿੰਦੇ ਸੀਗੇ, ਸਾਰੇ ਡਰੇ ਹੋਏ ਸੀਗੇ ਵੀ ਇਹਨਾਂ ਨੂੰ ਸੱਚੀ ਕਿਤੇ ਹੋ ਗਿਆ ਹੋਵੇ। ਇੱਦਾਂ ਹੁਣ ਇਕੱਲੇ ਨੂੰ ਕਿਹਨੂੰ ਸਮਝਾਈ ਚੱਲੀਏ ਵੀ ਨਹੀਂ, ਵੀ ਸਾਡਾ ਨੈਗੇਟਿਵ ਸੀਗੇ, ਕੋਈ ਮੰਨਦਾ ਹੀ ਨਹੀਂਗਾ। ਪਰ ਠੀਕ ਹੈ, ਸੱਚ ਤਾਂ ਇਹ ਹੈ ਕਿ ਜਿਹੜਾ ਸਿਹਤ ਵਿਭਾਗ ਦਾ ਮੈਸੇਜ ਆਇਆ ਕਿ ਤੁਹਾਡੇ ਬਜ਼ੁਰਗ ਜਿਨ੍ਹਾਂ ਦੀ ਹੁਣ ਇਸ ਵੇਲੇ ਨਹੀਂ ਰਹੇ ਇਸ ਦੁਨੀਆ ਦੇ ਵਿੱਚ, ਰਿਪੋਰਟ ਉਹਨਾਂ ਦੀ ਨੈਗੇਟਿਵ ਸੀ, ਪਰ ਹਸਪਤਾਲ ਪ੍ਰਸ਼ਾਸਨ ਨੇ ਜਿਹੜਾ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਅਣਮਨੁੱਖੀ ਜਿਹੜਾ ਤੁਸੀਂ ਕਹਿ ਰਹੇ ਹੋ ਵਤੀਰਾ ਹੈ, ਇਹ ਬਹੁਤ ਅਫਸੋਸ ਹੋਇਆ ਸਾਨੂੰ ਇਹ ਦੇਖ ਕੇ। ਹਾਂਜੀ ਮੈਮ,
ਤੇ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇਨਸਾਫ ਦੀ ਮੰਗ ਇਹ ਪਰਿਵਾਰ ਕਰ ਰਿਹਾ, ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਠੀਕ ਹੈ, ਪ੍ਰਸ਼ਾਸਨ ਦਾ ਇੱਕ ਪ੍ਰੋਟੋਕਾਲ ਹੈ ਜਿਹੜਾ ਫੋਲੋ ਕਰਨਾ ਪੈਂਦਾ ਹੈ ਕਿ ਜੇ ਕੋਈ ਮਰੀਜ਼ ਕਰੋਨਾ ਵਾਇਰਸ ਪੋਜ਼ਿਟਿਵ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਹੀ ਉਸ ਮਰੀਜ਼ ਦਾ ਜਾਂ ਉਸ ਬੋਡੀ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ। ਪਰ ਜੇ ਉਹ ਮਰੀਜ਼ ਪੋਜ਼ਿਟਿਵ ਨਹੀਂ ਸੀ ਤਾਂ ਕਿਉਂ ਪਰਿਵਾਰ ਨੂੰ ਇਸ ਤਰ੍ਹਾਂ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ, ਇਸ ਦਾ ਜਵਾਬ ਹਸਪਤਾਲ ਪ੍ਰਸ਼ਾਸਨ ਵੀ ਦਵੇ ਤੇ ਪ੍ਰਸ਼ਾਸਨ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਤੱਕ ਅਸੀਂ ਇਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ। ਸਰ, ਕੁਝ ਦਿਨ ਪਹਿਲਾਂ ਗੁਰਮੀਤ ਕੌਰ ਨਾਮ ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਇਲਜ਼ਾਮ ਲਗਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਕੋਵਿਡ ਦੀ ਆੜ ਦੇ ਵਿੱਚ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਤੁਸੀਂ ਪਰਿਵਾਰ ਨੂੰ ਇਨਫੋਰਮ ਕੀਤਾ ਸੀਗਾ ਕਿ ਤੁਹਾਡਾ ਜਿਹੜਾ ਮਰੀਜ਼ ਹੈ ਉਹ COVID-19 ਪੋਜ਼ਿਟਿਵ ਹੈ? ਜਦੋਂ ਉਹਨਾਂ ਨੂੰ ਪ੍ਰਾਈਵੇਟ ਵਾਰਡ 'ਚ ਸ਼ਿਫਟ ਕੀਤਾ ਹੈ ਤੁਸੀਂ ਇਤਲਾਹ ਕੀਤਾ ਸੀ? ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਇਹ ਗੁਰਮੀਤ ਕੌਰ ਪੇਸ਼ੈਂਟ ਸਾਡੇ ਕੋਈ ਹਸਪੀਟਲ ਦੇ ਵਿੱਚ ਦਾਖਲ ਹੋਏ ਸੀਗੇ। ਇਹਨਾਂ ਨੂੰ ਸਾਹ ਚੜ੍ਹਨ ਦੀ ਦਿੱਕਤ ਆ ਰਹੀ ਸੀਗੀ। ਉਸ ਤੋਂ ਬਾਅਦ ਇਹ ਮਾਰਨਿੰਗ ਦੇ ਵਿੱਚ ਆਏ ਸੀਗੇ, ICU ਦੇ ਵਿੱਚ ਐਡਮਿਟ ਹੋਏ ਸੀਗੇ। ਸਾਨੂੰ ਇਹਨਾਂ ਦੀ ਦਿੱਕਤ ਲੱਗ ਰਹੀ ਸੀ। ਉਸ ਤੋਂ ਬਾਅਦ ਅਸੀਂ ਇਹਨਾਂ ਦਾ ਕੋਵਿਡ ਐਂਟੀਜਨ ਟੈਸਟ ਕਰਵਾਇਆ ਸੀਗਾ। ਕੋਵਿਡ ਐਂਟੀਜਨ ਦੀ ਰਿਪੋਰਟ ਇਹਨਾਂ ਦੀ ਪੋਜ਼ਿਟਿਵ ਆਈ ਆ। ਉਹ ਰਿਪੋਰਟ ਇਹ ਅੱਜ ਵੀ ਜਾ ਕੇ ਰਘੁਨਾਥ ਦੇ ਵਿੱਚ ਪੈਥ ਲੈਬ ਦੇ ਵਿੱਚੋਂ ਆਪਣੀ ਰਿਪੋਰਟ ਕਲੈਕਟ ਕਰ ਸਕਦੇ ਆ ਵੀ ਉਹ ਪੂਰੀ ਆਥੈਂਟਿਕ ਰਿਪੋਰਟ ਆ, ਕੋਈ ਇਦਾਂ ਦੀ ਇਹਦੇ ਵਿੱਚ ਪ੍ਰੋਬਲਮ ਹੈ ਨਹੀਂਗੀ। ਪਹਿਲੀ ਚੀਜ਼ ਉਹਨਾਂ ਨੂੰ ਇਹ ਚੀਜ਼ ਕਲੀਅਰ ਹੋ ਜਾਣੀ ਚਾਹੀਦੀ ਵੀ ਉਹਨਾਂ ਦਾ ਜਿਹੜਾ ਮਰੀਜ਼ ਆ ਉਹਨਾਂ ਦੀ ਵਰਬਲ ਵੀ ਗੱਲ ਹੋਈ ਸੀ। ਜਦੋਂ ਪੇਸ਼ੈਂਟ ਕੋਵਿਡ ਐਂਟੀਜਨ ਪੋਜ਼ਿਟਿਵ ਆਇਆ ਉਸ ਤੋਂ ਬਾਅਦ ਹੀ ਪੇਸ਼ੈਂਟ ਕੋਵਿਡ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਉਹ ਰਿਪੋਰਟ ਪੋਜ਼ਿਟਿਵ ਆਈ ਸੀ ਜਿਹੜਾ ਟੈਸਟ ਕੀਤਾ ਸੀ, ਤੇ ਜਿਹੜਾ ਮੈਸੇਜ ਉਹਨਾਂ ਨੂੰ ਆਇਆ ਸਿਹਤ ਵਿਭਾਗ ਦੀ ਟੀਮ ਦਾ ਜਿਸ ਦੇ ਵਿੱਚ ਬਕਾਇਦਾ ਉਸ ਪੇਸ਼ੈਂਟ ਦਾ ਨਾਮ ID ਤੇ ਇਹ ਲਿਖਿਆ ਗਿਆ ਕਿ ਰਿਪੋਰਟ ਨੈਗੇਟਿਵ ਹੈ। ਹੁਣ ਤੁਹਾਡੀ ਰਿਪੋਰਟ ਸਹੀ ਹੈ ਕਿ ਉਹ ਸਿਹਤ ਵਿਭਾਗ ਦੀ ਟੀਮ ਨੇ ਜਿਹੜਾ ਮੈਸੇਜ ਕੀਤਾ ਉਹ ਰਿਪੋਰਟ ਸਹੀ ਹੈ? ਦੇਖੋ ਜੀ, ਅਸੀਂ ਤਾਂ ਇੱਕੋ ਚੀਜ਼ ਕਹਿ ਸਕਦੇ ਹਾਂ, ਜਿਹੜੀ ਰਿਪੋਰਟ ਆ ਉਹ ਰਘੁਨਾਥ ਹਸਪੀਟਲ ਦੇ ਵਿੱਚ ਹੋਈ ਸੀਗੀ ਤੇ ਰਿਪੋਰਟ ਐਂਟੀਜਨ ਪੋਜ਼ਿਟਿਵ ਆਇਆ ਸੀਗਾ। ਜੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਮੈਸੇਜ ਆ ਉਹ ਪੰਜਾਬ ਸਰਕਾਰ ਵੱਲੋਂ ਆਇਆ, ਸਰਕਾਰ ਦਾ ਕੋਈ ਮੈਸੇਜ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ, ਪਰ ਇੱਥੇ ਸਾਡੇ ਕੋਲ ਪੋਜ਼ਿਟਿਵ ਆਇਆ ਸੀਗਾ, ਉਹਦੀ ਰਿਪੋਰਟ ਵੀ ਪਈ ਹੈ, ਨੋਟੀਫਾਈ ਵੀ ਹੋਈ ਹੈ ਸਰਕਾਰ ਨੂੰ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਵਿਭਾਗ ਵੱਲੋਂ ਕੋਈ ਅਣਗਹਿਲੀ ਹੋਈ ਹੈ ਮੈਸੇਜ? ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਜਿਹੜਾ ਇਹ ਮਰੀਜ਼ ਆ ਇਹਦਾ ਐਂਟੀਜਨ ਟੈਸਟ ਅਸੀਂ ਦੁਪਹਿਰ ਨੂੰ ਭੇਜਿਆ ਸੀਗਾ। ਉਸ ਤੋਂ ਬਾਅਦ ਰਿਪੋਰਟ ਪੋਜ਼ਿਟਿਵ ਆਈ। ਫॉर ਟਾਈਮਿੰਗ ਅਸੀਂ ਸਸਪੈਕਟਡ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ। ਉਸ ਤੋਂ ਬਾਅਦ ਰਾਤ ਨੂੰ ਇਹਨਾਂ ਦੇ ਜੋ ਵੀ ਸੀ ਇਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਸੀਗਾ ਵੀ ਜਿਹੜਾ ਮਰੀਜ਼ ਆ ਉਹਦੀ ਰਿਪੋਰਟ ਐਂਟੀਜਨ ਪੋਜ਼ਿਟਿਵ ਆਈ ਆ ਤੇ ਉਹਨਾਂ ਨੂੰ ਸ਼ਿਫਟ ਕੀਤਾ ਜਾਊਗਾ। ਸਾਡੇ ਕੋਲ ਇੱਥੇ ਕੋਵਿਡ ਵਾਰਡ ਤੇ ਕੋਵਿਡ ਰੂਮਸ ਅਲੱਗਾ ਨੇ ਤੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਚੰਗੀ ਤਰ੍ਹਾਂ ਦੱਸਿਆ ਗਿਆ ਸੀਗਾ ਵੀ ਇਹ ਜਿਹੜਾ ਮਰੀਜ਼ ਕੋਵਿਡ ਪੋਜ਼ਿਟਿਵ ਆ ਤੇ ਇਹਨੂੰ ਸ਼ਿਫਟ ਕਰਵਾ ਰਹੇ। ਈਵਨ ਉਹਨਾਂ ਦੇ ਆਈ ਥਿੰਕ ਗ੍ਰੈਂਡਸਨ ਦੇ ਨਾਲ ਉਦੋਂ ਸਾਡੀ ਗੱਲ ਵੀ ਹੋਈ ਸੀ, ਉਹਨਾਂ ਨੂੰ ਸਾਰਾ ਕੁਝ ਐਕਸਪਲੇਨ ਕੀਤਾ ਗਿਆ ਸੀ। ਸਰ, ਉਹ ਕਹਿ ਰਹੇ ਨੇ ਕਿ ਜੇ ਤੁਸੀਂ ਉਹਨਾਂ ਨੂੰ ਇਨਫੋਰਮ ਕੀਤਾ ਹੋਇਆ ਸੀ ਕਿ ਉਹ ਕੋਵਿਡ ਪੋਜ਼ਿਟਿਵ ਹੈ, ਤੁਸੀਂ ਆਈਸੋਲੇਸ਼ਨ ਵਾਰਡ ਤੋਂ ਉਹਨਾਂ ਨੂੰ ਪ੍ਰਾਈਵੇਟ ਵਾਰਡ 'ਚ ਸ਼ਿਫਟ ਕਰ ਦਿੰਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਫੈਮਿਲੀ ਨੂੰ ਕਿਸ ਤਰ੍ਹਾਂ ਅਲਾਉ ਕਰਤਾ ਕਿ ਉਹ ਪੇਸ਼ੈਂਟ ਨੂੰ ਮਿਲ ਲੈਣ ਜਾਂ ਉਹਨਾਂ ਨੂੰ ਰੋਟੀ ਪਾਣੀ ਖਿਲਾ ਸਕਦੇ ਨੇ, ਚਾਹ ਪਾਣੀ ਜਿਸ ਵੀ ਚੀਜ਼ ਦੀ ਲੋੜ ਹੈ? ਪਹਿਲੀ ਚੀਜ਼ ਜਿਹੜਾ ਪੇਸ਼ੈਂਟ ਆ ਉਹ ਉਸ ਵਾਰਡ ਦੇ ਵਿੱਚ ਪ੍ਰਾਈਵੇਟ ਰੂਮ ਦੇ ਵਿੱਚ ਸ਼ਿਫਟ ਕੀਤਾ ਗਿਆ ਜਿੱਥੇ ਕੋਵਿਡ ਦੇ ਸਾਰੇ ਪੇਸ਼ੈਂਟ ਪੋਜ਼ਿਟਿਵ ਨੇ। ਉੱਥੇ ਜਿਹੜਾ ਵੀ ਮਰੀਜ਼ ਦਾਖਲ ਹੁੰਦਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਵਾ ਵੀ ਮਰੀਜ਼ ਇਹ ਪੋਜ਼ਿਟਿਵ ਆ। ਦੂਜੀ ਚੀਜ਼, ਅਸੀਂ ਕਿਸੇ ਵੀ ਅਟੈਂਡੈਂਟ ਨੂੰ ਅਲਾਉ ਨਹੀਂ ਕਰਦੇ, ਉਹ ਉਹਨਾਂ ਦੀ ਆਪਣੀ ਵਿਸ਼ ਆ ਵੀ ਜੇ ਕੋਈ ਉਹਨਾਂ ਦਾ ਅਟੈਂਡੈਂਟ ਉਹਨਾਂ ਦੇ ਲਾਗੇ ਸਟੇ ਕਰਨਾ ਚਾਹੁੰਦਾ, ਕਿਉਂਕਿ ਪੇਸ਼ੈਂਟ ਏਜ ਸੀਗਾ। ਸੋ ਉਹਨਾਂ ਨੂੰ ਨਾਲੇ ਅੱਜ ਦੇ ਟਾਈਮ ਦੇ ਵਿੱਚ ਸਭ ਨੂੰ ਇੱਕ ਚੀਜ਼ ਪਤਾ ਵੀ ਕੋਵਿਡ ਵਾਇਰਸ ਇੱਕ ਦੂਜੇ ਤੋਂ ਫੈਲਦੀ ਆ ਤੇ ਉਹਨਾਂ ਨੂੰ ਸਾਰਾ ਕੁਝ ਇਹ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਪੇਸ਼ੈਂਟ ਕਰੋਨਾ ਦਾ ਹੈਗਾ ਪੋਜ਼ਿਟਿਵ ਆ ਉਹ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਸਾਰਾ ਕੁਝ ਪਤਾ ਵਾ ਵੀ ਉਹਦੇ ਵਿੱਚ ਕੀ ਪ੍ਰੀਕਾਸ਼ਨ ਲੈਣੀ, ਸਾਰਾ ਕੁਝ ਲੈਣਾ। ਦੂਸਰੀ ਚੀਜ਼, ਅਸੀਂ ਕਿਸੇ ਵੀ ਮਰੀਜ਼ ਦੇ ਰਿਸ਼ਤੇਦਾਰ ਨੂੰ ਉਹਦੇ ਨਾਲ ਰਹਿਣਾ ਅਲਾਉਡ ਨਹੀਂ ਕਰਦੇ, ਇਹ ਉਹਨਾਂ ਦੀ ਆਪ ਦੀ ਮਰਜ਼ੀ ਆ। ਤੁਸੀਂ ਅਲਾਉ ਕਰ ਦਿੱਤਾ ਪਰਿਵਾਰਕ ਮੈਂਬਰ ਨੂੰ ਕਿ COVID-19 ਪੇਸ਼ੈਂਟ ਨੂੰ ਮਿਲ ਸਕਦੇ ਨੇ, ਉਹਨਾਂ ਕੋਲ ਬੈਠ ਸਕਦੇ ਨੇ? ਦੇਖੋ ਜੀ, ਕਈ ਵਾਰ ਕੀ ਹੁੰਦਾ ਜਿਵੇਂ 올ਡ ਪੇਸ਼ੈਂਟਸ ਆ, ਪੇਸ਼ੈਂਟ ਦੀ ਆਪਣੀ ਕੋਈ ਪੇਸ਼ੈਂਟ ਦੇ ਅਟੈਂਡੈਂਟ ਦੀ ਵਿਲਿੰਗ ਆ ਵੀ ਸਾਡਾ ਇੱਕ ਅਟੈਂਡੈਂਟ ਸਟੇ ਕਰਨਾ ਚਾਹੁੰਦਾ, ਉੱਥੇ ਅਸੀਂ ਅਲਾਉ ਕਰ ਦਿੰਦੇ ਹਾਂ। ਠੀਕ ਹੈ। ਇੱਕ ਹੋਰ ਮੇਰਾ ਸਵਾਲ ਹੈ, ਇੱਕ ਤਾਂ ਬਿਲਿੰਗ ਨੂੰ ਲੈ ਕੇ ਉਹਨਾਂ ਨੇ ਬੜੇ ਸਵਾਲ ਖੜੇ ਕੀਤੇ ਨੇ, ਬਿੱਲ ਜ਼ਿਆਦਾ ਬਣਾ ਦਿੱਤਾ। ਉਸ ਤੋਂ ਬਾਅਦ ਜਦੋਂ ਕਹਿੰਦੇ ਕਿ ਅਸੀਂ ਪੁੱਛਿਆ ਕਿ ਇਹ ਫੂਡ ਦਾ ਬਿੱਲ ਕਿਸ ਤਰ੍ਹਾਂ ਬਣ ਗਿਆ, ਕਿਟ ਦੇ ਚਾਰजेस ਕਿਉਂ ਐਡ ਕੀਤੇ ਨੇ, ਤਾਂ ਤੁਸੀਂ ਕਹਿ ਦਿੱਤਾ ਕਿ ਅਸੀਂ ਡਿਸਕਾਊਂਟ ਦੇ ਦਾਂਗੇ, ਲੈਸ ਕਰ ਦਿੰਦੇ ਹਾਂ। ਦੇਖੋ ਜੀ, ਜਿਹੜਾ ਬਿਲਿੰਗ ਡਿਪਾਰਟਮੈਂਟ ਹੈ ਨਾ, ਕੋਈ ਵੀ ਹਸਪਤਾਲ ਦੇ ਵਿੱਚ ਡਾਕਟਰ ਕਦੀ ਵੀ ਬਿੱਲ ਨਹੀਂ ਬਣਾਉਂਦਾ, ਪਹਿਲੀ ਚੀਜ਼। ਦੂਜੀ ਚੀਜ਼, ਜਿੰਨੇ ਵੀ ਬਿੱਲ ਆ ਸਰਕਾਰ ਵੱਲੋਂ ਕੈਪ ਕੀਤੇ ਗਏ, ਉਸ ਤੋਂ ਜ਼ਿਆਦਾ ਕੋਈ ਬਿੱਲ ਨਹੀਂ ਲੈ ਸਕਦਾ, ਠੀਕ ਆ। ਤੀਸਰੀ ਚੀਜ਼, ਜਿਹੜਾ ਬਿੱਲ ਵਾ ਉਹ ਸਰਕਾਰ ਵੱਲੋਂ ਕੈਪ ਕੀਤਾ ਗਿਆ, ਉਹਨਾਂ ਹੀ ਬਿੱਲ ਲਗਾਇਆ ਗਿਆ। ਚੌਥੀ ਚੀਜ਼, ਉਹਨਾਂ ਨਾਲ ਉਸ ਦਿਨ ਵੀ ਗੱਲ ਹੋਈ, ਜੇ ਉਹਨਾਂ ਨੂੰ ਕੋਈ ਬਿੱਲ ਰਿਗਾਰਡਿੰਗ ਇਸ਼ੂ ਆ ਉਹ ਮਾਰਨਿੰਗ ਦੇ ਵਿੱਚ ਆ ਕੇ ਹਸਪੀਟਲ ਦੇ ਜਿਹੜੇ ਅਕਾਊਂਟ ਸੈਕਸ਼ਨ ਆ ਉੱਥੇ ਜਾ ਕੇ ਡਿਸਕਸ ਕਰ ਸਕਦੇ ਨੇ। ਜੇ ਉਹਨਾਂ ਦੀ ਕੁਐਰੀ ਉਹ ਸਾਰੀ ਕਲੀਅਰ ਕੀਤੀ ਜਾਊਗੀ। ਸਰ, ਉਹਨਾਂ ਨੇ ਤੁਹਾਨੂੰ ਰਿਪੋਰਟ ਜਿਹੜੀ ਉਹਨਾਂ ਨੂੰ ਟੈਕਸਟ ਮੈਸੇਜ ਆਇਆ ਸੀ ਸਿਹਤ ਵਿਭਾਗ ਦਾ, ਜਦੋਂ ਉਹ ਦਿਖਾਇਆ ਤੇ ਉਹਨਾਂ ਨੇ ਜਦੋਂ ਤੁਹਾਨੂੰ ਤੁਹਾਡੀ ਪੋਜ਼ਿਟਿਵ ਵਾਲੀ ਰਿਪੋਰਟ ਦਿਖਾਈ ਤਾਂ ਪਰਿਵਾਰ ਇਹ ਕਹਿ ਰਿਹਾ ਕਿ ਉਹਨਾਂ ਦਾ ਰੰਗ ਪੀਲਾ ਪੈ ਗਿਆ ਸੀ।
ਦੇਖੋ ਜੀ, ਪਹਿਲੀ ਚੀਜ਼ ਜਿਨ੍ਹਾਂ ਨੇ ਰਿਪੋਰਟ ਕੀਤੀ ਹੈ ਉਹੀ ਚੰਗੀ ਤਰ੍ਹਾਂ ਦੱਸ ਸਕਦੇ। ਸਰਕਾਰ ਨੇ ਮੈਸੇਜ ਭੇਜਿਆ, ਪਰ ਜਿਹੜੀ ਰਿਪੋਰਟ ਆ ਉਹ ਹਸਪੀਟਲ ਦੇ ਵਿੱਚ ਹੋਈ ਆ। ਹਸਪੀਟਲ ਦੇ ਵਿੱਚ ਅੱਜ ਵੀ ਸਾਡੇ ਕੋਲ ਰਿਪੋਰਟ ਅਵੇਲੇਬਲ ਆ। ਉਹ ਪ੍ਰੋਪਰ ਪੈਥੋਲੋਜਿਸਟ ਸਾਈਨ ਕਰਕੇ ਆਥੈਂਟਿਕ ਕਰਕੇ ਉਸ ਰਿਪੋਰਟ ਉਹਨਾਂ ਨੂੰ ਦਿੱਤੀ ਵੀ ਗਈ ਆ। ਸਰ ਜੇ ਇਦਾਂ ਹੋਣ ਲੱਗ ਗਿਆ ਕਿ ਹਸਪੀਟਲ ਕੋਈ ਹੋਰ ਰਿਪੋਰਟ ਦੇ ਰਹੀ ਹੈ, ਸਿਹਤ ਵਿਭਾਗ ਕੋਈ ਹੋਰ ਰਿਪੋਰਟ, ਤੇ ਫਿਰ ਮਰੀਜ਼ ਕਿਹਦੇ ਤੇ ਬਿਲੀਵ ਕਰੇ? ਮੈਂ ਤਾਂ ਇੱਕ ਚੀਜ਼ ਕਹਿਣਾ ਵਾ, ਪਹਿਲੀ ਚੀਜ਼ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਵੀ ਅੱਜ ਡਾਕਟਰ ਸਵੇਰ ਤੋਂ ਸ਼ਾਮ ਤੱਕ ਮਰੀਜ਼ਾਂ ਦੀ ਸੇਵਾ ਦੇ ਵਿੱਚ ਲੱਗੇ ਆ। ਇਸ ਤਰ੍ਹਾਂ ਦੇ ਇਸ਼ੂ ਕ੍ਰੀਏਟ ਕਰਨਾ ਇੱਕ ਬਹੁਤ ਮਤਲਬ ਮਾੜੀ ਗੱਲ ਆ। ਮੇਰਾ ਤਾਂ ਇਹ ਗੱਲ ਮੰਨਣਾ ਵਾ, ਇੱਕ ਡਾਕਟਰ ਆਪਣਾ ਪਰਿਵਾਰ ਸਾਰਾ ਕੁਝ ਛੱਡ ਕੇ ਮਰੀਜ਼ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਦੂਜੀ ਚੀਜ਼, ਜਦ ਉਹਨਾਂ ਨੂੰ ਦੱਸਿਆ ਗਿਆ ਵਾ ਦੂਜੀ ਚੀਜ਼, ਜਿਹੜਾ ਮਰੀਜ਼ ਕੋਵਿਡ ਵਾਰਡ ਜਾਂ ਕੋਵਿਡ ਰੂਮ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਵਾ, ਜੇ ਤੁਸੀਂ ਸੇਵਾ ਕਰ ਰਹੇ ਹੋ, ਸੇਵਾ ਦੇ ਬਦਲੇ ਉਹ ਪੇ ਕਰਦੇ ਨੇ ਹਸਪਤਾਲ ਨੂੰ। ਦੇਖੋ ਜੀ, ਜੋ ਚਾਰजेस ਨੇ ਹਸਪੀਟਲ ਦੇ ਉਹ ਸਰਕਾਰ ਵੱਲੋਂ ਫਿਕਸ ਆ। ਉਹ ਕਿਸੇ ਵੀ ਅੱਜ ਦੇ ਟਾਈਮ ਕੋਈ ਵੀ ਹਸਪੀਟਲ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿੱਲ ਨਹੀਂ ਲੈ ਸਕਦਾ, ਜੋ ਆ ਸਰਕਾਰ ਵੱਲੋਂ ਫਿਕਸ ਆ। ਫਿਰ ਵੀ ਜੇ ਉਹਨਾਂ ਦਾ ਕੋਈ ਇਸ਼ੂ ਆ ਵੀ ਬਿੱਲ ਦਾ ਜੋ ਵੀ ਆ, ਉਹ ਆ ਕੇ ਅਕਾਊਂਟ ਸੈਕਸ਼ਨ ਦੇ ਵਿੱਚ ਡਿਸਕਸ ਕਰ ਸਕਦੇ ਨੇ। ਹਸਪੀਟਲ 24 ਘੰਟੇ ਖੁੱਲਾ ਵਾ, ਕੋਈ ਇਦਾਂ ਦੀ ਦਿੱਕਤ ਹੈ ਨਹੀਂ। ਜਦੋਂ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਤੋਂ ਪ੍ਰਾਈਵੇਟ ਵਾਰਡ ਦੇ ਵਿੱਚ ਸ਼ਿਫਟ ਕਰਨਾ ਸੀ ਤਾਂ ਤੁਸੀਂ ਕੀ ਇੱਕ ਸਫਾਈ ਕਰਮਚਾਰੀ ਨੂੰ ਕਿਹਾ ਸੀ ਉਹਨਾਂ ਨੂੰ ਉੱਥੋਂ ਮੂਵ ਕਰਨ ਦੇ ਲਈ? ਉਹ ਸਫਾਈ ਕਰਮਚਾਰੀ ਜਿਹਨੇ ਸ਼ਰਾਬ ਵੀ ਪੀਤੀ ਹੋਈ ਸੀ ਤੇ ਊਲ ਜਲੂਲ ਬੋਲ ਰਿਹਾ ਸੀਗਾ ਪੇਸ਼ੈਂਟ ਨੂੰ। ਇਹ ਇਲਜ਼ਾਮ ਪਰਿਵਾਰ ਦਾ ਸਰ, ਮੈਂ ਨਹੀਂ ਕਹਿ ਰਹੀ। ਦੇਖੋ ਜੀ, ਇਦਾਂ ਦੀ ਇਹ ਗੱਲਾਂ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਬੇਤੁਕੀਆਂ ਗੱਲਾਂ ਨੇ, ਪਹਿਲੀ ਚੀਜ਼। ਦੂਜੀ ਚੀਜ਼, ਜਦ ਪੇਸ਼ੈਂਟ ਸ਼ਿਫਟ ਹੋਇਆ ਵਾ, ਠੀਕ ਆ, ਉੱਪਰ ਉਹਨੂੰ ਡਾਕਟਰ ਦੇਖ ਰਿਹਾ ਵਾ, ਪ੍ਰੋਪਰ ਡਾਕਟਰ ਨੇ ਉਹਦਾ ਟ੍ਰੀਟਮੈਂਟ ਚੱਲ ਰਿਹਾ ਵਾ, ਕੋਈ ਇਦਾਂ ਦੀ, ਇਹ ਤਾਂ ਹੁਣ ਇਹ ਆ ਵੀ ਇਲਜ਼ਾਮ ਲਗਾਏ ਜਾ ਰਹੇ ਆ ਹਸਪੀਟਲ ਦੇ ਉੱਪਰ, ਪਰ ਇਦਾਂ ਦਾ ਕੋਈ ਵੀ ਇਸ਼ੂ ਹੈ ਨਹੀਂਗਾ। ਪੂਰੀ ਤਨਦੇਹੀ ਦੇ ਨਾਲ ਜੇ ਡਾਕਟਰ ਸੇਵਾ ਕਰ ਰਹੇ ਨੇ, ਮਰੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਪਰਿਵਾਰ ਦਾ ਕਿਉਂ ਇਹ ਕਹਿਣਾ? ਪਰਿਵਾਰ ਹਮੇਸ਼ਾ ਬਹੁਤ ਸਾਰੇ ਲੋਕ ਨੇ, ਸਿਰਫ ਇਹ ਪਰਿਵਾਰ ਨਹੀਂ, ਬਹੁਤ ਸਾਰੇ ਲੋਕ ਇਲਜ਼ਾਮ ਲਗਾਉਂਦੇ ਨੇ ਹਸਪਤਾਲ ਪ੍ਰਸ਼ਾਸਨ ਤੇ, ਤਾਂ ਉਹਨਾਂ ਨੂੰ ਕੀ ਪਈ ਹੈ ਇਸ ਤਰ੍ਹਾਂ ਇਲਜ਼ਾਮ ਲਗਾਉਣ ਦੀ ਜੇ ਸਹੀ ਤਰ੍ਹਾਂ ਇਲਾਜ ਹੋ ਰਿਹਾ ਤਾਂ? ਦੇਖੋ ਜੀ, ਹੁਣ ਗੱਲ ਐ ਵਾ, ਜਿਵੇਂ ਐਂਟੀਜਨ ਦੀ ਰਿਪੋਰਟ ਦੀ ਗੱਲ ਆ। ਪਹਿਲੀ ਚੀਜ਼, ਐਂਟੀਜਨ ਦੀ ਰਿਪੋਰਟ ਉਹਨਾਂ ਦੀ ਪੋਜ਼ਿਟਿਵ ਹਸਪੀਟਲ ਦੇ ਵਿੱਚ ਹੈਗੀ ਆ, ਉਹ ਜਦ ਮਰਜ਼ੀ ਚਾਹੇ ਕਲੈਕਟ ਕਰ ਸਕਦੇ ਆ। ਪਹਿਲਾਂ ਉਹਨਾਂ ਦਾ ਡਾਊਟ ਇਹ ਕਲੀਅਰ ਹੋ ਜਾਂਦਾ। ਦੂਸਰੀ ਚੀਜ਼, ਉਹ ਕਹਿ ਰਹੇ ਆ ਵੀ ਉਹਨਾਂ ਨੂੰ ਕੋਵਿਡ ਦਾ ਪੇਸ਼ੈਂਟ ਜੇ ਕੋਵਿਡ ਵਾਰਡ ਜਾਂ ਕੋਵਿਡ ਰੂਮ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਤਾਂ ਮਰੀਜ਼ ਨੂੰ ਇਨਫੋਰਮ ਕੀਤੇ ਬਗੈਰ ਤੁਸੀਂ ਸ਼ਿਫਟ ਹੀ ਨਹੀਂ ਕਰ ਸਕਦੇ, ਠੀਕ ਆ। ਤੀਸਰੀ ਚੀਜ਼, ਸਫਾਈ ਕਰਮਚਾਰੀ ਤੇ ਜੇ ਉਹਨਾਂ ਦਾ ਕੋਈ ਇਸ਼ੂ ਸੀ ਤਾਂ ਉਹਨਾਂ ਨੂੰ ਹਸਪੀਟਲ ਐਡਮਿਨਿਸਟ੍ਰੇਸ਼ਨ ਨੂੰ ਰਿਟਨ ਕੰਪਲੇਂਟ ਦੇਣੀ ਚਾਹੀਦੀ ਸੀ, ਜੋ ਉਹਨਾਂ ਨੇ ਨਹੀਂ ਦਿੱਤੀ। ਚੌਥਾ ਇਸ਼ੂ, ਜਿਹੜਾ ਉਹ ਬਿਲਿੰਗ ਦਾ ਇਸ਼ੂ ਕ੍ਰੀਏਟ ਕਰਦੇ ਪਏ ਆ, ਉਹਨਾਂ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਉਸ ਦਿਨ ਵੀ ਗੱਲ ਹੋਈ ਸੀ। ਜੇ ਉਹਨਾਂ ਨੂੰ ਕੋਈ ਬਿੱਲ ਦਾ ਇਸ਼ੂ ਲੱਗਦਾ ਪਿਆ, ਉਹ ਅਕਾਊਂਟ ਸੈਕਸ਼ਨ ਦੇ ਵਿੱਚ ਆ ਕੇ ਡਿਸਕਸ ਕਰ ਸਕਦੇ ਨੇ। ਸੋ ਇਸ ਚੀਜ਼ ਦਾ ਨਾ ਇਸ਼ੂ ਨਹੀਂ ਬਣਾਉਣਾ ਚਾਹੀਦਾ। ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਵੀ ਮਰੀਜ਼ ਦਾ ਇਲਾਜ ਇੱਥੇ ਪ੍ਰੋਪਰ ਹੋਇਆ, ਪ੍ਰੋਪਰ ਟ੍ਰੀਟਮੈਂਟ ਹੋਇਆ। ਤੇ ਬਾਕੀ ਕੋਵਿਡ ਦੇ ਵਿੱਚ ਡਾਕਟਰ ਤਾਂ ਰੋਜ਼ ਸਵੇਰ ਤੋਂ ਸ਼ਾਮ ਤੱਕ ਮਰੀਜ਼ਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਇਸ ਤਰ੍ਹਾਂ ਦੀ ਗੱਲਾਂ ਕਰਨਾ ਕੋਈ ਸੈਂਸ ਨਹੀਂ ਬਣਦੀ। ਉਹ ਕਹਿੰਦੇ ਕਿ ਜਦੋਂ ਸਾਡੀ ਬੀਬੀ ਆਖਰੀ ਸਾਲ ਲੈ ਰਹੀ ਸੀ, ਜਦੋਂ ਬੀਬੀ ਪੂਰੀ ਹੋ ਗਈ, ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਬੀਬੀ ਦਾ ਕਰੋਨਾ ਵਾਇਰਸ ਪੋਜ਼ਿਟਿਵ ਸੀ। ਉਦੋਂ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਟੀਮ ਅੰਤਿਮ ਸੰਸਕਾਰ ਕਰੇਗੀ, ਪਰਿਵਾਰ ਨਹੀਂ ਕਰੇਗਾ। ਪਹਿਲੀ ਚੀਜ਼, ਜਦੋਂ ਦਾ ਐਂਟੀਜਨ ਪੋਜ਼ਿਟਿਵ ਇੱਕ ਦਿਨ ਪਹਿਲਾਂ ਉਹਨਾਂ ਦੇ ਗ੍ਰੈਂਡਸਨ ਨੂੰ ਇਨਫੋਰਮ ਕੀਤਾ ਗਿਆ। ਜਦ ਪੇਸ਼ੈਂਟ ਕੋਵਿਡ ਵਾਰਡ ਜਾਂ ਕੋਵਿਡ ਰੂਮ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ, ਉਹ ਕੋਵਿਡ ਪੋਜ਼ਿਟਿਵ ਪੇਸ਼ੈਂਟ ਹੀ ਹੋਊਗਾ। ਤੇ ਉਹਨਾਂ ਨੂੰ ਇਹੀ ਨਹੀਂ ਪਤਾ ਸੀ ਪਰਿਵਾਰ ਨੂੰ ਕਿ ਸਾਰਾ ਕੁਝ ਉਹਨਾਂ ਨੂੰ ਪਤਾ ਸੀਗਾ। ਹੁਣ ਉਹ ਬੇਤੁਕੀਆਂ ਗੱਲਾਂ ਕਰ ਰਹੇ ਨੇ, ਜਦ ਉਹਨਾਂ ਨੇ ਆਪ ਹੀ ਉਹਨਾਂ ਨੂੰ ਪਤਾ ਵੀ ਜਿਹੜੇ ਉਹ ਰੂਮਸ ਨੇ ਸਾਰੇ ਕੋਵਿਡ ਪੇਸ਼ੈਂਟਸ ਆ, ਉੱਥੇ ਦੂਜਾ ਕੋਈ ਪੇਸ਼ੈਂਟ ਹੀ ਹੈ ਨਹੀਂਗਾ, ਤਾਂ ਫਿਰ ਇਹ ਗੱਲ ਕਰਨ ਦੀ ਕੋਈ ਸੈਂਸ ਹੀ ਨਹੀਂ। ਤੁਹਾਡੇ ਸਫਾਈ ਕਰਮਚਾਰੀ ਨੇ ਕਿਸੇ ਦੂਸਰੇ ਮਰੀਜ਼ ਦਾ ਆਕਸੀਜਨ ਮਾਸਕ ਉਤਾਰ ਕੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਲਗਾ ਦਿੱਤਾ। ਇਸ ਚੀਜ਼ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਕਿ ਉਹ ਕਿਸੇ ਹੋਰ ਮਰੀਜ਼ ਦਾ ਜਿਹੜਾ ਆਕਸੀਜਨ ਮਾਸਕ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ, ਯਾਨੀ ਕਿ ਗੁਰਮੀਤ ਕੌਰ ਜਿਨ੍ਹਾਂ ਦੀ ਮੌਤ ਹੋ ਗਈ ਹੈ, ਉਹਨਾਂ ਦੇ ਕਿਸੇ ਹੋਰ ਪੇਸ਼ੈਂਟ ਦਾ ਮਾਸਕ ਲਗਾ ਦਿੱਤਾ ਤੁਹਾਡੇ ਸਫਾਈ ਕਰਮਚਾਰੀ। ਐਦਾਂ ਦਾ ਜੀ ਕੋਈ ਹੈ ਨਹੀਂਗਾ। ਇਹ ਤਾਂ ਬੇਤੁਕੀਆਂ ਗੱਲਾਂ ਨੇ। ਪਹਿਲੀ ਚੀਜ਼, ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਜੇ ਦਿੱਕਤ ਲੱਗੀ ਸੀ, ਉਹਨਾਂ ਨੂੰ ਨਾਲ ਦੀ ਨਾਲ ਐਡਮਿਨਿਸਟ੍ਰੇਸ਼ਨ ਨੂੰ, ਹਸਪੀਟਲ ਦੀ ਜਾਂ ਡਾਕਟਰ ਨੂੰ ਦੱਸਣਾ ਚਾਹੀਦਾ ਸੀ, ਠੀਕ ਆ। ਅੱਜ 4 ਦਿਨਾਂ ਬਾਅਦ ਉਹ ਇਹ ਚੀਜ਼ ਦੱਸਦੇ ਪਏ ਆ, ਠੀਕ ਆ। ਇਹ ਚੀਜ਼ ਤਾਂ ਇਲਜ਼ਾਮ ਲਗਾਉਣ ਵਾਲੀ ਗੱਲ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਧੱਕੇ ਨਹੀਂ ਹੁੰਦੇ, ਇਹ ਲੋਕ ਗੱਲਾਂ ਬਣਾ ਦਿੰਦੇ ਨੇ, ਤੁਹਾਡਾ ਇਹ ਕਹਿਣਾ? ਹਾਂਜੀ ਬਿਲਕੁਲ ਜੀ। ਤੁਸੀਂ ਲੋਕ ਕਿਉਂ ਇਦਾਂ ਰੌਲਾ ਪਾਉਂਦੇ ਨੇ ਕਿ ਹਸਪਤਾਲ ਤੱਕ? ਮੈਂ ਤਾਂ ਇੱਕ ਚੀਜ਼ ਜਾਣਦਾ ਵਾਂ ਵੀ ਅੱਜ ਪੂਰੇ ਮਤਲਬ ਵਰਲਡ ਦੇ ਵਿੱਚ ਸਾਰੇ ਡਾਕਟਰਸ ਮਰੀਜ਼ਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਜੇ ਮਰੀਜ਼ ਨੂੰ ਡਾਕਟਰ ਦੇਖਦਾ ਪਿਆ ਤਾਂ ਉਹਨੂੰ ਵੀ ਕੋਵਿਡ ਇਨਫੈਕਸ਼ਨ ਦਾ ਉਨਾ ਰਿਸਕ ਆ ਤੇ ਉਹਦੇ ਪਰਿਵਾਰ ਨੂੰ ਵੀ ਉਨਾ ਰਿਸਕ ਆ। ਉਹ ਇੰਨਾ ਮਤਲਬ ਰਿਸਕ ਲੈ ਕੇ ਇੱਕ ਮਰੀਜ਼ ਦੀ ਸੇਵਾ ਕਰ ਰਿਹਾ ਵਾ, ਸਾਰਾ ਕੁਝ ਕਰ ਰਿਹਾ ਵਾ, ਠੀਕ ਆ। ਇਨ ਕੇਸ ਜਦੋਂ ਇਦਾਂ ਦੇ ਇਸ਼ੂਜ਼ ਹੁੰਦੇ ਆ ਤਾਂ ਡਾਕਟਰ ਬੜੇ ਡਿਸਹਾਰਟਡ ਹੁੰਦੇ ਆ। ਸੋ ਇਦਾਂ ਦੀ ਗੱਲਾਂ, ਜੇ ਉਹਨਾਂ ਨੂੰ ਕੋਈ ਵੀ ਇਦਾਂ ਦੀ ਕੁਐਰੀ ਸੀ ਜਾਂ ਕੁਝ ਸੀ, ਉਹਨਾਂ ਨੂੰ ਐਟਲੀਸਟ ਆ ਕੇ ਇੱਕ ਵਾਰੀ ਡਾਕਟਰ ਨੂੰ ਮਿਲ ਕੇ ਇਹ ਚੀਜ਼ ਡਿਸਕਸ ਕਰਨੀ ਚਾਹੀਦੀ ਸੀ ਵੀ ਸਾਡੀ ਕੋਵਿਡ, ਜਦ ਉਹਨਾਂ ਨੂੰ ਰਿਪੋਰਟ ਵੀ ਦਿੱਤੀ ਗਈ ਆ, ਫਿਰ ਤਾਂ ਇਸ਼ੂ ਹੋਣਾ ਹੀ ਨਹੀਂ ਚਾਹੀਦਾ ਸੀਗਾ। ਤਾਂ ਇਹ ਤੁਹਾਡਾ ਪੱਖ ਹੈ, ਤੁਸੀਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਹੋ। ਰਘੁਨਾਥ ਹਸਪਤਾਲ ਜ਼ਿੰਮੇਵਾਰੀ ਨਹੀਂ ਲੈ ਰਿਹਾ ਉਸ ਲੇਡੀ ਦੀ ਮੌਤ। ਹਾਂਜੀ ਬਿਲਕੁਲ।